ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਮਹੱਲਾ ਪੰਜਵਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੀ ਚੇਰੇ। ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੀ, ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੇ ਮੇਰੇ ਚੀਤਾ। ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਦਾ ਗੁਰ ਸ਼ਬਦ ਵਿਚਾਰ ਚੈਨਲ ਦੇ ਵਿੱਚ ਨਿੱਘਾ ਸਵਾਗਤ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਭਲੀ ਭਾਂਤ ਹੀ ਜਾਣਦੇ ਹੋ ਕਿ ਆਪਾਂ ਗੁਰ ਸ਼ਬਦ ਵਿਚਾਰ ਚੈਨਲ ਦੇ ਵਿੱਚ ਮੋਸਟਲੀ ਜਾਂ ਜ਼ਿਆਦਾਤਰ ਜਿਹੜੀਆਂ ਗੁਰਬਾਣੀ ਦੀਆਂ ਵਿਚਾਰਾਂ ਜਿਹੜੀਆਂ ਉਹ ਕਰਦੇ ਹਾਂ, ਕਿਉਂਕਿ ਗੁਰਬਾਣੀ ਜਿਹੜੀ ਆ ਇਹ ਗੁਰੂ ਸਾਹਿਬਾਨਾਂ ਨੇ ਸਾਡੇ ਭਲੇ ਵਾਸਤੇ ਲਿਖੀ ਆ, ਸਾਡੇ ਵਾਸਤੇ ਲਿਖੀ ਆ ਕਿ ਅਸੀਂ ਕਿਵੇਂ ਚੰਗੇ ਇਨਸਾਨ ਬਣ ਕੇ ਆਪਣੇ ਜੀਵਨ ਨੂੰ ਬਸਰ ਕਰਨਾ। ਸੋ ਗੁਰੂ ਸਾਹਿਬਾਂ ਨੇ, ਭਗਤਾਂ ਨੇ, ਭੱਟਾਂ ਨੇ, ਜਿੰਨੇ ਵੀ ਜਿਹੜੇ ਰਹਿਬਰ ਨੇ, ਪੈਗੰਬਰ ਨੇ, ਸਾਰਿਆਂ ਨੇ ਏਕ ਪਿਤਾ ਏਕ ਸਕੇ ਹਮ ਬਾਰਕ ਦਾ ਜਿਹੜਾ ਵਾ ਸਾਨੂੰ ਉਪਦੇਸ਼ ਦਿੱਤਾ ਵਾ, ਔਰ ਗੁਰਬਾਣੀ ਦੇ ਵਿੱਚ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਮਨੁੱਖਤਾ ਨੂੰ ਭਲੇ ਦੇ ਰਸਤੇ 'ਤੇ ਤੁਰਨ ਦੇ ਲਈ ਪ੍ਰੇਰਿਤ ਕੀਤਾ। ਗੁਰਬਾਣੀ ਜਿੱਥੇ ਸਾਨੂੰ ਇੱਕ ਦੂਜੇ ਨਾਲ ਜੋੜਦੀ ਆ, ਸਾਡੇ ਵਿੱਚ ਪ੍ਰੇਮ ਸਦਭਾਵਨਾ ਪੈਦਾ ਕਰਦੀ ਆ, ਸਾਡੇ ਵਿੱਚ ਭਾਈਚਾਰਕ ਸਾਂਝ ਜਿਹੜੀ ਪੈਦਾ ਕਰਦੀ ਆ, ਉੱਥੇ ਨਾਲ ਨਾਲ ਜਿਹੜੀ ਸਾਡੀ ਆਤਮਾ ਅਤੇ ਪਰਮਾਤਮਾ ਦੇ ਮੇਲ ਦੇ ਵਿੱਚ ਇਹ ਸਭ ਤੋਂ ਵੱਡਾ ਇੱਕ ਮਾਰਗ ਆ, ਜਿਹ 'ਤੇ ਚੱਲ ਕੇ ਅਸੀਂ ਪਰਮਾਤਮਾ ਦੇ ਨਾਲ ਇਕਮਿਕ ਹੋ ਸਕਦੇ ਹਾਂ। ਆਤਮਾ ਜਿਹੜੀ ਆ ਉਹ ਪਰਮਾਤਮਾ ਨਾਲੋਂ ਜਦੋਂ ਵਿਛੜ ਜਾਂਦੀ ਆ, ਫਿਰ ਉਹ ਰੋਂਦੀ ਕਰਲਾਉਂਦੀ ਆ, ਦੁੱਖ ਭੋਗਦੀ ਆ। ਉਹ ਮੋਹ ਮਾਇਆ ਦੇ ਝੰਜਟ ਵਿੱਚ ਪੈ ਕੇ, ਵਿਕਾਰਾਂ ਦੇ ਵਿੱਚ ਪੈ ਕੇ, ਹੋਰ ਦੁਨਿਆਵੀ ਲਾਲਸਾਵਾਂ ਦੇ ਵਿੱਚ ਪੈ ਕੇ ਜਿਹੜਾ ਜੀਵਨ ਆ ਆਪਣਾ ਜਾਈ ਗਵਾ ਬੈਠਦੀ ਹੈ। ਸੋ ਗੁਰੂ ਸਾਹਿਬਾਨਾਂ ਨੇ ਸਾਨੂੰ ਉਪਦੇਸ਼ ਦਿੱਤਾ ਕਿ ਇਹ ਜਿਹੜਾ ਮਨੁੱਖਾ ਜਨਮ ਆ ਇਹ ਸਿਰ ਮੋਰ ਆ। ਕਹਿਣ ਤੋਂ ਭਾਵ ਸਭ ਤੋਂ ਸਰਦਾਰੀ ਜੂਨ ਜਿਹੜੀ ਆ, ਸ਼੍ਰੇਸ਼ਠ ਜੂਨ ਜਿਹੜੀ ਆ, ਉਹ ਮਨੁੱਖਾ ਜੀਵਨ ਆ। ਇਸ ਵਿੱਚ ਹੀ ਅਸੀਂ ਜਿਹੜਾ ਵਾ ਗੁਰਬਾਣੀ ਜਿਹੜੀ ਪੜ੍ਹ ਸਕਦੇ ਹਾਂ, ਪਰਮਾਤਮਾ ਨਾਲ ਮਿਲ ਸਕਦੇ ਹਾਂ, ਕਿਉਂਕਿ ਜਿਹੜੇ ਦੂਜੇ ਜੀਵ ਆ ਉਹ ਨਾ ਪੜ੍ਹ ਸਕਦੇ ਆ, ਨਾ ਲਿਖ ਸਕਦੇ ਆ, ਅਤੇ ਨਾ ਹੀ ਉਹ ਜਿਹੜੇ ਸਾਡੇ ਵਾਂਗ ਬੋਲ ਸਕਦੇ ਆ, ਨਾ ਹੀ ਉਹ ਕੋਈ ਭਾਸ਼ਾ ਸਮਝ ਸਕਦੇ ਆ। ਇਸ ਕਰਕੇ ਮਨੁੱਖ ਦੇ ਕੋਲ ਪਰਮਾਤਮਾ ਨੇ ਬੁੱਧੀ ਬਖਸ਼ੀ ਆ, ਉਹਨੂੰ ਅਕਲ ਬਖਸ਼ੀ ਆ,
ਅਤੇ ਉਹ ਆਪਣੀ ਬੁੱਧੀ ਦੇ ਨਾਲ, ਆਪਣੀ ਅਕਲ ਦੇ ਨਾਲ ਪਰਮੇਸ਼ਰ ਦਾ ਨਾਮ ਜਪ ਕੇ ਇਸ ਭਵ ਸਾਗਰ ਤੋਂ ਜਿਹੜਾ ਪਾਰ ਹੋ ਸਕਦਾ, ਜਾਣੀ ਕਿ ਜਿਹੜੀਆਂ 84 ਲੱਖ ਜੂਨਾਂ ਉਹਨਾਂ ਤੋਂ ਮੁਕਤ ਹੋ ਸਕਦਾ। ਕਹਿੰਦੇ ਨੇ ਕਿ 84 ਲੱਖ ਜੂਨਾਂ ਜਿਹੜੀਆਂ ਜਦੋਂ ਭੋਗਦਾ ਇਨਸਾਨ, ਕਈ ਟੇਢੀਆਂ ਮੇਢੀਆਂ ਜੂਨਾਂ ਵਿੱਚ ਪੈਂਦਾ, ਉਸ ਤੋਂ ਬਾਅਦ ਜਾ ਕੇ ਉਹਨੂੰ ਇਨਸਾਨੀ ਜੀਵਨ ਮਿਲਦਾ, ਜਾਣੀ ਕਿ ਮਨੁੱਖੀ ਜੀਵਨ ਮਿਲਦਾ। ਇਹਦੇ ਵਿੱਚ ਅਸੀਂ ਨੇਕ ਕਰਮ ਕਰਨੇ ਆ, ਸਰਬੱਤ ਦਾ ਭਲਾ ਮੰਗਣਾ ਵਾ, ਗੁਰੂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਵਾ, ਆਪਣੀ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ, ਔਰ ਨਿਮਰਤਾ ਨਾਲ ਰਹਿਣਾ, ਹਲੀਮੀ ਨਾਲ ਰਹਿਣਾ ਵਾ, ਸਬਰ ਨਾਲ ਰਹਿਣਾ, ਸੰਤੋਖ ਨਾਲ ਰਹਿਣਾ ਵਾ, ਪਰਮਾਤਮਾ ਦੇ ਭਾਣੇ ਨੂੰ ਜਿਹੜਾ ਵਾ ਮਿੱਠਾ ਕਰਕੇ ਮੰਨਣਾ, ਕਹਿਣ ਤੋਂ ਭਾਵ ਉਹਦੇ ਭਾਣੇ ਵਿੱਚ ਰਹਿਣਾ ਵਾ। ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁੱਖ ਵੀ ਤੁਝੇ ਧਿਆਈ, ਕਿ ਜੇ ਦੁੱਖ ਦਿੰਦਾ ਪਰਮਾਤਮਾ ਫਿਰ ਵੀ ਉਹਦਾ ਅਸੀਂ ਧਿਆਨ ਕਰਨਾ, ਜੇ ਸੁੱਖ ਦਿੰਦਾ ਫਿਰ ਵੀ ਉਹਨੂੰ ਧਿਆਉਣਾ। ਕਹਿਣ ਤੋਂ ਭਾਵ ਆ ਕਿ ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਮਨੁੱਖ ਦੇ ਨਾਲ ਹੀ ਜਿਹੜੇ ਆ, ਜਦੋਂ ਤੋਂ ਇਨਸਾਨ ਜੰਮਦਾ ਵਾ ਉਦੋਂ ਤੋਂ ਹੀ ਜਿਹੜੇ ਦੁੱਖ ਸੁੱਖ ਜਿਹੜੇ ਆ ਉਹਨੂੰ ਭੋਗਣੇ ਪੈਂਦੇ, ਭਾਵੇਂ ਉਹ ਸਰੀਰਕ ਹੋਣ, ਭਾਵੇਂ ਮਾਨਸਿਕ ਹੋਣ, ਆਰਥਿਕ ਹੋਣ, ਸਮਾਜਿਕ ਹੋਣ, ਕਿਉਂਕਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜ਼ਿੰਦਗੀ ਵਿੱਚ ਆਉਂਦੀਆਂ। ਗੁਰਬਾਣੀ ਸਾਡੇ ਮਨ ਨੂੰ ਮਜ਼ਬੂਤ ਕਰਦੀ ਆ, ਸਾਨੂੰ ਜੀਵਨ ਜਾਚ ਸਿਖਾਉਂਦੀ ਆ, ਔਰ ਸਾਨੂੰ ਜਿਹੜੀ ਆ ਸਾਡੀ ਬੁੱਧੀ ਵਿਵੇਕ ਕਰਦੀ ਆ ਕਿ ਅਸੀਂ ਜਿਹੜਾ ਸਾਡੇ ਲਈ ਚੰਗਾ ਕੀ ਆ ਅਤੇ ਮਾੜਾ ਕੀ ਆ। ਸੋ ਗੁਰਬਾਣੀ ਦੇ ਨਾਲ ਜੁੜ ਕੇ ਔਰ ਗੁਰਬਾਣੀ ਨੂੰ ਅਸੀਂ ਸਮਝਣਾ ਵੀ ਆ, ਪੜ੍ਹਨਾ ਵੀ ਆ, ਲਿਖਣਾ ਵੀ ਆ ਅਤੇ ਜਾਣਨਾ ਵੀ ਆ ਕਿ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਦੇ ਵਿੱਚ ਕੀ ਉਪਦੇਸ਼ ਦਿੱਤੇ ਨੇ ਔਰ ਕੀ ਸਾਨੂੰ ਫਰਮਾਇਆ। ਕਿਉਂਕਿ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਚਨਾ ਕੀਤੀ ਆ ਗੁਰੂ ਸਾਹਿਬਾਂ ਨੇ, ਇਹਦੇ ਵਿੱਚ ਬੜੇ ਹੀ ਵੱਡਮੁੱਲੇ ਫਰਮਾਨ ਕੀਤੇ ਆ। ਉਹਨਾਂ ਨੇ ਖੁਦ ਲਿਖਿਆ ਕਿ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਕਿ ਇਹ ਜਿਹੜੀ ਆ ਸਾਨੂੰ ਪਰਮਾਤਮਾ ਵੱਲੋਂ ਹੀ ਭੇਜੀ ਹੋਈ ਬਾਣੀ ਆਈ ਆ, ਔਰ ਇਹਨੂੰ ਪੜ੍ਹਨ ਦੇ ਨਾਲ ਸਾਰੀਆਂ ਤਰ੍ਹਾਂ ਦੀਆਂ ਚਿੰਤਾਵਾਂ, ਪਰੇਸ਼ਾਨੀਆਂ ਜਿਹੜੀਆਂ ਖਤਮ ਹੋ ਜਾਂਦੀਆਂ। ਕਿਉਂਕਿ ਅੱਜ ਦਾ ਮਨੁੱਖ ਜਿਹੜਾ ਵਾ ਪਰੇਸ਼ਾਨ ਆ, ਹਰ ਤਰ੍ਹਾਂ ਕਰਕੇ ਦੁਖੀ ਹੋਇਆ ਪਿਆ ਵਾ। ਉਹ ਮੋਹ ਮਾਇਆ ਦੇ ਲਾਲਚ ਵਿੱਚ, ਹੋਰ ਕਈ ਕਾਰਨਾਂ ਕਰਕੇ ਜਿਹੜਾ ਪਰੇਸ਼ਾਨ ਰਹਿੰਦਾ। ਡਿਪਰੈਸ਼ਨ, ਐਨਜ਼ਾਇਟੀ, ਤਣਾਅ, ਚਿੰਤਾ, ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਵਾ, ਉਲਝਿਆ ਹੋਇਆ। ਪਰ ਜੇ ਇਨਸਾਨ ਜਿਹੜਾ ਵਾ ਥੋੜ੍ਹਾ ਜਿਹਾ ਠੰਡੇ ਦਿਮਾਗ ਦੇ ਨਾਲ ਕੰਮ ਕਰੇ ਅਤੇ ਆਪਣੇ ਦਿਮਾਗ ਤੋਂ ਕੰਮ ਲਵੇ, ਗੁਰਬਾਣੀ ਪੜ੍ਹੇ ਔਰ ਸਹਿਜ ਅਵਸਥਾ ਵਿੱਚ ਰਹਿ ਕੇ ਆਪਣੇ ਕੰਮ ਕਰੇ, ਅਤੇ ਉਹ ਜਿਹੜਾ ਕੰਮ ਆ ਬੜੇ ਵਧੀਆ ਤਰੀਕੇ ਦੇ ਨਾਲ ਕਰ ਸਕਦਾ। ਫਿਰ ਉਹਦੇ ਮਨ ਵਿੱਚ ਕੋਈ ਕਾਹਲ ਨਹੀਂ ਹੋਵੇਗੀ, ਕੋਈ ਬੇਚੈਨੀ ਨਹੀਂ ਹੋਵੇਗੀ, ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਕਿਉਂਕਿ ਜੋ ਕੁਝ ਕਰਦਾ ਉਹ ਪਰਮਾਤਮਾ ਹੀ ਕਰਦਾ। ਇਸ ਲਈ ਸੰਜੋਗ ਵਧੋਏ ਜੋ ਕਾਰ ਚਲਾਵੇ, ਲੇਖੇ ਆਵੇ ਭਾਗ। ਇਹ ਜਿਹੜੇ ਸੰਜੋਗ ਅਤੇ ਵਿਜੋਗ ਜਿਹੜੇ ਆ, ਇਹ ਸਾਡੇ ਭਾਗਾਂ ਵਿੱਚ ਲਿਖੇ ਹੋਏ ਆ। ਜਦੋਂ ਸਾਨੂੰ ਕੁਝ ਮਿਲ ਜਾਂਦਾ ਅਸੀਂ ਬੜੇ ਖੁਸ਼ ਹੁੰਦੇ, ਅਤੇ ਜਦੋਂ ਸਾਡੇ ਕੋਲ ਕੋਈ ਵਿਛੜ ਜਾਂਦਾ ਵਾ ਫਿਰ ਅਸੀਂ ਰੋਂਦੇ, ਕਰਲਾਉਂਦੇ ਹਾਂ। ਪਰ ਗੁਰੂ ਸਾਹਿਬਾਨ ਕਹਿੰਦੇ ਆ ਕਿ ਤੇਰੇ ਭਾਗਾਂ ਵਿੱਚ ਲਿਖਿਆ ਹੋਇਆ ਵਾ। ਇਸ ਕਰਕੇ ਜਿਹੜੇ ਸੰਜੋਗ ਅਤੇ ਵਿਜੋਗ ਜਿਹੜੇ ਆ, ਇਹ ਪਰਮਾਤਮਾ ਵੱਲੋਂ ਹੀ ਬਣਾਏ ਹੋਏ ਆ, ਧੁਰ ਤੋਂ ਹੀ। ਹਰੇਕ ਮਨੁੱਖ ਨੇ ਜਿਹੜਾ ਵਾ, ਜਦੋਂ ਸਾਡਾ ਮਿਲਾਪ ਹੁੰਦਾ ਕਿਸੇ ਦੇ ਨਾਲ, ਉਹ ਵੀ ਪਰਮਾਤਮਾ ਨੇ ਇੱਕ ਵਿਧੀ ਵਿਧਾਨ ਬਣਾਇਆ ਵਾ, ਅਤੇ ਜਦੋਂ ਕੋਈ ਸਾਡੇ ਤੋਂ ਵਿਛੜਦਾ ਵਾ ਉਹ ਵੀ ਪਰਮਾਤਮਾ ਦਾ ਹੁਕਮ ਹੁੰਦਾ। ਇਸ ਕਰਕੇ ਅਸੀਂ ਪਰੇਸ਼ਾਨ ਨਹੀਂ ਹੋਣਾ। ਜੇ ਕੋਈ ਸਾਡੇ ਤੋਂ ਵਿਛੜ ਜਾਂਦਾ ਕਿਸੇ ਵਜ੍ਹਾ ਕਰਕੇ, ਜਾਂ ਸਾਨੂੰ ਨਹੀਂ ਬੁਲਾਉਂਦਾ, ਜਾਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਵਾ, ਅਤੇ ਅਸੀਂ ਦੁਖੀ ਹੋ ਜਾਂਦੇ ਹਾਂ। ਗੁਰੂ ਸਾਹਿਬਾਨ ਕਹਿੰਦੇ ਇਹ ਗਲਤ ਗੱਲ ਆ, ਕਦੇ ਵੀ ਜਿਹੜਾ ਦੁਖੀ ਨਹੀਂ ਹੋਣਾ, ਕਿਉਂਕਿ ਇਹ ਸਾਡੇ ਹੱਥ ਵੱਸ ਨਹੀਂ ਹੁੰਦਾ।
ਹਾਂ, ਸਾਡੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਕਿ ਜਿਹਦੇ ਕਰਕੇ ਕਿਸੇ ਦਾ ਦਿਲ ਦੁਖੇ ਅਤੇ ਸਾਡੇ ਤੋਂ ਕੋਈ ਦੂਰ ਹੋਵੇ। ਪਰ ਅਦਰਵਾਈਜ਼ ਜੇ ਕੋਈ ਜਾਂਦਾ ਵੀ ਆ ਸਾਡੇ ਕੋਲੋਂ, ਕਹਿਣ ਤੋਂ ਭਾਵ ਕਿ ਕੋਈ ਰੁੱਸ ਜਾਂਦਾ ਵਾ ਜਾਂ ਕੋਈ ਵਿਛੜ ਜਾਂਦਾ ਵਾ, ਅਤੇ ਇਹਦੇ ਵਿੱਚ ਪਰਮਾਤਮਾ ਦਾ ਹੁਕਮ ਹੀ ਆ, ਕਿਉਂਕਿ ਜੋ ਹੁੰਦਾ ਚੰਗੇ ਲਈ ਹੁੰਦਾ। ਪਰਮਾਤਮਾ ਸਾਡਾ ਚੰਗਾ ਹੀ ਕਰਦਾ, ਮਾੜਾ ਨਹੀਂ ਕਰਦਾ, ਕਿਉਂਕਿ ਸਾਡਾ ਪਿਤਾ ਵਾ। ਏਕ ਪਿਤਾ ਏਕਸ ਕੇ ਹਮ ਬਾਰਕ। ਉਹ ਇੱਕ ਪਰਮਾਤਮਾ ਹੀ ਸਾਰੇ ਉਹਦੇ ਬਾਲਕ ਬੱਚੇ ਆ, ਅਤੇ ਜੋ ਉਹ ਕਰਦਾ ਉਹ ਸਾਡੇ ਲਈ ਸਹੀ ਕਰਦਾ। ਇਸ ਕਰਕੇ ਸਾਨੂੰ ਕਿਸੇ ਮਨੁੱਖ ਦੀਆਂ ਜਿਹੜੀਆਂ ਮਿੰਨਤਾਂ ਨਹੀਂ ਕਰਨੀਆਂ ਚਾਹੀਦੀਆਂ, ਬਹੁਤੇ ਤਰਲੇ ਨਹੀਂ ਕਰਨੇ ਚਾਹੀਦੇ, ਕਿਉਂਕਿ ਸਾਨੂੰ ਪਰਮਾਤਮਾ ਦੇ ਅੱਗੇ ਬੇਨਤੀ ਅਰਦਾਸ ਕਰਨੀ ਚਾਹੀਦੀ ਆ, ਕਿਉਂਕਿ ਉਹਦੇ ਮਨ ਵਿੱਚ ਉਹਨੇ ਜਿਹੜੀ ਆ ਦਇਆ ਪਾਉਣੀ ਆ। ਉਹਦੇ ਮਨ ਵਿੱਚ ਪਰਮਾਤਮਾ ਨੇ ਹੀ ਉਹਦੇ ਵਿੱਚ ਵਸ ਕੇ ਉਹਨੂੰ ਬੁੱਧ ਜਿਹੜੀ ਆ ਸਮੱਤ ਬਖਸ਼ਣੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਕਿਸੇ ਦੇ ਮਗਰ ਨਹੀਂ ਪੈਣਾ, ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਅਤੇ ਵੱਧੋ ਵੱਧ ਨਾਮ ਜਿਹੜਾ ਜਪਣਾ, ਆਪਣੇ ਜੀਵਨ ਨੂੰ ਸੋਹਣਾ ਬਣਾਉਣਾ। ਬਾਕੀ ਹੱਕ ਸੱਚ ਦੀ ਕਮਾਈ ਕਰਨੀ ਆ, ਮਿਹਨਤ ਕਰਨੀ ਆ। ਚਲੋ ਇਨਸਾਨ ਆ, ਗਲਤੀਆਂ ਦਾ ਪੁਤਲਾ, ਕਿਸੇ ਵੇਲੇ ਕੋਈ ਗਲਤੀ ਹੋ ਵੀ ਜਾਂਦੀ ਆ, ਅਣਜਾਣੇ ਦੇ ਵਿੱਚ ਹੋ ਜਾਂਦੀ ਆ। ਇਸ ਕਰਕੇ ਅਸੀਂ ਜਿਹੜੀ ਗੁਨਾਹਾਂ ਤੋਂ ਤੌਬਾ ਕਰਨੀ, ਪਰਮਾਤਮਾ ਤੋਂ ਭੁੱਲ ਚੁੱਕ ਦੀ ਮਾਫੀ ਵੀ ਮੰਗਣੀ, ਕਿਉਂਕਿ ਅਸੀਂ ਇਨਸਾਨ ਆ। ਇਸ ਕਰਕੇ ਖਿਨ ਖਿਨ ਭੁੱਲਣ ਹਾਰ ਆ, ਅਤੇ ਬਖਸ਼ਣਹਾਰਾ ਵਾ ਪਰਮਾਤਮਾ ਸਾਨੂੰ ਬਖਸ਼ ਲੈਂਦਾ ਵਾ। ਸਿਰਫ ਸਾਨੂੰ ਅਰਦਾਸ ਕਰਨੀ ਪੈਣੀ ਪਰਮਾਤਮਾ ਅੱਗੇ, ਅਤੇ ਉਸ ਬੜਾ ਵੱਡਾ ਵਾ, ਬੇਅੰਤ ਆ ਉਹਦੇ, ਬੜਾ ਵੱਡਾ ਹਿਰਦਾ ਪਰਮਾਤਮਾ ਦਾ। ਉਹ ਅਸੀਂ ਨੇਕਾਂ ਗੁਨਾਹ ਵੀ ਕੀਤੇ ਹੋਣ ਤਾਂ ਵੀ ਉਹ ਬਖਸ਼ ਦਿੰਦਾ। ਇਸ ਕਰਕੇ ਅਸੀਂ ਜਾਣ ਬੁੱਝ ਕੇ ਕੋਈ ਗੁਨਾਹ ਨਹੀਂ ਕਰਨਾ ਕਿ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ। ਅਦਰਵਾਈਜ਼ ਜੇਕਰ ਕੋਈ ਗਲਤੀ ਦੇ ਨਾਲ ਅਣਜਾਣੇ ਵਿੱਚ ਕੋਈ ਗਲਤੀ ਹੋ ਵੀ ਜਾਂਦੀ ਹੈ, ਅਤੇ ਉਹਦੇ ਵਾਸਤੇ ਅਸੀਂ ਪਰਮਾਤਮਾ ਤੋਂ ਮਾਫੀ ਮੰਗਣੀ ਆ, ਕਿਉਂਕਿ ਪਰਮੇਸ਼ਰ ਸਾਡਾ ਪਿਤਾ ਵਾ। ਜਿਹੜਾ ਗੁਰੂ ਆ ਉਹ ਸਾਡਾ ਰਹਿਬਰ ਆ, ਉਹਨੇ ਸਾਨੂੰ ਪਰਮੇਸ਼ਰ ਨਾਲ ਮਿਲਣਾ। ਗੁਰੂ ਅਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ, ਕਿਉਂਕਿ ਗੁਰੂ ਪਰਮਾਤਮਾ ਦੇ ਨਾਲ ਮਿਲਿਆ ਹੀ ਹੁੰਦਾ। ਗੁਰੂ ਵਿੱਚ ਸਾਰੇ ਪਰਮਾਤਮਾ ਵਾਲੇ ਹੀ ਗੁਣ ਹੁੰਦੇ ਆ। ਇਸ ਕਰਕੇ ਪਰਮ ਆਤਮਾ ਤੋਂ ਭਾਵ ਕਿ ਪਰਮਾਤਮਾ ਤੋਂ ਭਾਵ ਪਰਮਾਤਮਾ ਪਵਿੱਤਰ ਆਤਮਾ, ਸਭ ਤੋਂ ਉੱਚੀ ਆਤਮਾ, ਇਹ ਆਤਮਾ ਆ ਪਰਮਾਤਮਾ ਨਾਲੋਂ ਜਦੋਂ ਵਿਛੜ ਜਾਂਦੀ ਉਦੋਂ ਕਰਲਾਉਂਦੀ ਆ, ਰੋਂਦੀ ਆ। ਪਰ ਜਦੋਂ ਪਰਮਾਤਮਾ ਨਾਲ ਮਿਲ ਜਾਂਦੀ ਫਿਰ ਇਹਦੇ ਮਨ ਦੇ ਵਿੱਚ ਖੇੜਾ ਆ ਜਾਂਦਾ ਵਾ, ਸੁਖੀ ਹੋ ਜਾਂਦੀ, ਆਨੰਦ ਆ ਜਾਂਦਾ ਇਹਨੂੰ। ਅਤੇ ਜਦੋਂ ਵੀ ਬੰਦਾ ਦੁਖੀ ਹੁੰਦਾ ਇਸੇ ਕਰਕੇ ਹੁੰਦਾ ਵਾ, ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਕਿ ਜਿਹੜੇ ਸਰੀਰ ਦੇ ਵਿੱਚੋਂ ਬਾਣੀ ਵਿਸਰ ਜਾਂਦੀ, ਜਿਹੜੇ ਮਨੁੱਖ ਨੂੰ ਬਾਣੀ ਭੁੱਲ ਜਾਂਦੀ ਹੈ, ਜਿਹੜਾ ਰੱਬ ਦਾ ਨਾਂ ਨਹੀਂ ਲੈਂਦਾ, ਉਹ ਫਿਰ ਜਿਵੇਂ ਪੱਕਾ ਰੋਗੀ, ਜਾਣੀ ਕਿ ਵੱਡਾ ਰੋਗੀ ਹੁੰਦਾ ਬਿਮਾਰ, ਜਿਵੇਂ ਉਹ ਚੀਕਾਂ ਮਾਰਦਾ, ਹਾਏ ਹਾਏ ਕਰਦਾ ਵਾ, ਰੋਂਦਾ ਕਰਲਾਉਂਦਾ, ਉਸੇ ਤਰ੍ਹਾਂ ਇਨਸਾਨ ਆ ਮਨਮੁੱਖ ਵਾ ਉਹ ਫਿਰ ਰੋਂਦਾ ਕਰਲਾਉਂਦਾ ਵਾ। ਕਿਉਂਕਿ ਅਸੀਂ ਧੀਆਂ ਪੁੱਤਾਂ ਲਈ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਈਏ, ਪਰ ਜੇਕਰ ਅਸੀਂ ਉਹਨਾਂ ਨੂੰ ਗੁਰੂ ਨਾਲ ਨਹੀਂ ਜੋੜਦੇ, ਉਹਨਾਂ ਨੂੰ ਚੰਗੇ ਸੰਸਕਾਰ ਨਹੀਂ ਦਿੰਦੇ, ਅਤੇ ਹੋ ਸਕਦਾ ਉਹ ਗਲਤ ਰਸਤੇ 'ਤੇ ਪੈ ਕੇ ਸਾਡੀ ਕੀਤੀ ਕਰਾਈ ਸਾਰੀ ਉਹ ਮਿੱਟੀ ਦੇ ਵਿੱਚ ਮਿਲਾ ਦੇਣ। ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਦੇਣੇ ਆ, ਉਹ ਗੁਰਬਾਣੀ ਨਾਲ ਜੋੜਨਾ। ਗੁਰਬਾਣੀ ਨੇ ਹੀ ਉਹ ਸਾਨੂੰ ਬੁੱਧੀ ਬਖਸ਼ਣੀ ਆ, ਨੇਕ ਆਚਰਨ ਬਖਸ਼ਣਾ ਵਾ। ਬੱਚਿਆਂ ਨੇ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਵਾ, ਕਿਵੇਂ ਚੰਗੇ ਆਚਰਨ ਦੇ ਮਾਲਕ ਬਣ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਵਾ। ਗੁਰਬਾਣੀ ਇਹ ਸਾਡੇ ਲਈ ਮਾਰਗਦਰਸ਼ਕ ਆ, ਇਹ ਸਾਡੀ ਰਹਿਨੁਮਾਈ ਕਰਦੀ ਹੈ। ਇਹਦੇ ਤੋਂ ਵੱਡਾ ਹੋਰ ਕੋਈ ਵੀ ਸਰੋਤ ਜਾਂ ਸੋਮਾ ਨਹੀਂ ਹੈਗਾ। ਕਹਿਣ ਤੋਂ ਭਾਵ ਕਿ ਗੁਰੂ ਵਾ ਇਹ ਸਾਡੀ ਅਗਵਾਈ ਕਰਦਾ ਵਾ, ਅਤੇ ਗੁਰੂ ਨੇ ਹੀ ਸਾਡੇ ਜੀਵਨ ਨੂੰ ਸਫਲ ਕਰਨਾ। ਇਸ ਕਰਕੇ ਬਾਣੀ ਉਹ ਇੱਥੇ ਲੋਕ ਦੇ ਵਿੱਚ ਅਤੇ ਗਾਂ ਪਰਲੋਕ ਦੇ ਵਿੱਚ ਸਹਾਈ ਹੁੰਦੀ ਆ। ਇਸੇ ਲਈ ਕਹਿੰਦੇ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਰਮਾਤਮਾ ਆਪੇ ਕਿਰਪਾ ਕਰਕੇ ਆਪਣੇ ਨਾਲ ਸਾਨੂੰ ਮੇਲ ਲੈਂਦਾ ਵਾ। ਸਾਡੇ ਮਨ ਦੇ ਵਿੱਚ ਇੱਛਾ ਹੋਣੀ ਚਾਹੀਦੀ ਆ, ਸਾਡੇ ਮਨ ਦੇ ਵਿੱਚ ਇੱਕ ਚੰਗੇ ਇਨਸਾਨ ਬਣਨ ਦੀ, ਗੁਰਸਿੱਖ ਬਣਨ ਦੀ ਗੁਰਸਿੱਖ ਤੋਂ ਭਾਵ ਕਿ ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲਣ ਵਾਲਾ,
ਗੁਰਮੁਖ ਬੰਦਾ ਜਿਹੜਾ ਗੁਰੂ ਦੀ ਜਿਹੜੀ ਗੱਲ ਮੰਨਦਾ, ਜਿਹਦਾ ਗੁਰੂ ਵੱਲ ਮੋਹ ਹੁੰਦਾ, ਜਿਹੜਾ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਦਾ। ਕਿਉਂਕਿ ਮਨਮੁਖ ਬੰਦਾ ਜਿਹੜਾ ਵਾ ਉਹ ਕਈ ਵਾਰੀ ਮਨ ਦੇ ਪਿੱਛੇ ਲਾ ਕੇ ਗਲਤ ਕੰਮ ਕਰ ਬੈਠਦਾ ਵਾ, ਕਈ ਵਾਰੀ ਉਹ ਲਾਲਚ ਵਿੱਚ ਆ ਜਾਂਦਾ ਵਾ ਅਤੇ ਕਈ ਵਾਰੀ ਉਹ ਗੁਨਾਹ ਵੀ ਕਰ ਬੈਠਦਾ ਵਾ। ਪਰ ਜੇਕਰ ਉਹ ਗੁਰਮੁਖ ਹੋਵੇਗਾ ਤਾਂ ਫਿਰ ਉਹ ਗੁਨਾਹ ਨਹੀਂ ਕਰੇਗਾ, ਕਿਉਂਕਿ ਉਹਨੂੰ ਗੁਰੂ 'ਤੇ ਭਰੋਸਾ ਹੁੰਦਾ। ਕਿਉਂਕਿ ਜੋ ਹੁੰਦਾ ਵਾ ਉਹ ਕਹਿੰਦਾ, ਇਹੋ ਸੋਚਦਾ ਕਿ ਪਰਮਾਤਮਾ ਜਿਹੜਾ ਵੀ ਕਰਦਾ ਮੇਰੇ ਲਈ ਚੰਗਾ ਹੀ ਕਰਦਾ। ਪਰਮਾਤਮਾ ਦੇ ਘਰ ਕੋਈ ਘਾਟਾ ਨਹੀਂ, ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਸਿਰਫ ਸਾਨੂੰ ਲੈਣ ਦੀ ਜਾਚ ਆਉਣੀ ਚਾਹੀਦੀ ਆ, ਸਾਡੇ ਵਿੱਚ ਸਬਰ ਹੋਣਾ ਚਾਹੀਦਾ, ਸੰਤੋਖ ਹੋਣਾ ਚਾਹੀਦਾ ਵਾ ਅਤੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਉਹਨੇ ਸਭ ਕੁਝ ਹੀ ਸਾਨੂੰ ਦੇ ਦੇਣਾ ਵਾ। ਅਦਰਵਾਈਜ਼ ਜੇ ਕੋਈ ਸਾਨੂੰ ਚੀਜ਼ ਨਹੀਂ ਵੀ ਮਿਲੀ ਤਾਂ ਉਹਦੇ ਵਿੱਚ ਵੀ ਹੋ ਸਕਦਾ ਸਾਡਾ ਕੋਈ ਭਲਾ ਹੀ ਹੋਵੇ। ਇਸ ਕਰਕੇ ਪਹਿਲੀ ਤਾਂ ਗੱਲ, ਪਰਮਾਤਮਾ ਜਿਹੜਾ ਵਾ ਉਹ ਕੋਈ ਕਮੀ ਨਹੀਂ ਰਹਿਣ ਦਿੰਦਾ। ਸਿਰਫ ਅਸੀਂ ਉਹਦਾ ਨਾਮ ਜਪਣਾ ਵਾ, ਚੰਗੇ ਕਰਮ ਕਰਨੇ ਆ ਅਤੇ ਚੰਗੇ ਇਨਸਾਨ ਬਣਨਾ ਵਾ, ਗੁਰਸਿੱਖ ਬਣਨਾ ਵਾ, ਗੁਰੂ ਵਾਲੇ ਬਣਨਾ ਵਾ। ਵੱਧ ਤੋਂ ਵੱਧ ਬਾਣੀ ਪੜ੍ਹਨੀ ਆ, ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਅੱਜ ਆਪਾਂ ਜਿਹੜੀ 17ਵੀਂ ਅਸ਼ਟਪਦੀ ਜਿਹੜੀ ਆ ਉਹ ਸਾਧ ਸੰਗਤ ਜੀ ਪੜ੍ਹਾਂਗੇ ਅਤੇ ਨਾਲ ਨਾਲ ਇਹਨੂੰ ਵਿਚਾਰਾਂਗੇ ਔਰ ਭਾਵ ਅਰਥ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਣੀ ਬੁੱਧੀ ਦੇ ਮੁਤਾਬਕ। ਅਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿਰ 'ਤੇ ਮਿਹਰਾਂ ਭਰੇ ਹੱਥ ਰੱਖਣ, ਸਾਨੂੰ ਸਮੱਤ ਬੁੱਧੀ ਅਤੇ ਬਲ ਬਖਸ਼ਣ ਅਤੇ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਆ ਉਹ ਗੁਰਬਾਣੀ ਦੇ ਭਾਵ ਅਰਥ ਕਰਕੇ ਅਤੇ ਆਪਣੇ ਜੀਵਨ ਦੇ ਵਿੱਚ ਅਪਣਾਈਏ ਇਹਨਾਂ ਨੂੰ ਅਤੇ ਸਮਝਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਗੁਰਬਾਣੀ ਦੀ ਜਦੋਂ ਸਾਨੂੰ ਸਮਝ ਪੈ ਜਾਵੇਗੀ ਅਤੇ ਸਾਡੀ ਜਿਹੜੀ ਬੁੱਧੀ ਆ ਉਹ ਸ਼ੁੱਧ, ਸਾਡਾ ਹਿਰਦਾ ਹੋ ਜਾਵੇਗਾ, ਸਾਡੀ ਬੁੱਧੀ ਨਿਰਮਲ ਹੋ ਜਾਵੇਗੀ। ਅਸੀਂ ਚੰਗੇ ਇਨਸਾਨ ਬਣ ਕੇ ਜੀਵਨ ਦੇ ਵਿੱਚ ਵਿਚਰਾਂਗੇ ਔਰ ਚੰਗੇ ਕਰਮ ਕਰਾਂਗੇ ਅਤੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਫਿਰ ਸਾਰੇ ਜਿਹੜੇ ਲੋਕ ਆ ਸਾਡੀ ਵਡਿਆਈ ਵੀ ਕਰਨਗੇ, ਸੋਭਾ ਵੀ ਕਰਨਗੇ ਅਤੇ ਅਸੀਂ ਪਰਮਾਤਮਾ ਦੀ ਖੁਸ਼ੀ ਵੀ ਤਾਂ ਹੀ ਪਾ ਸਕਦੇ ਜੇ ਅਸੀਂ ਪਰਮਾਤਮਾ ਦੇ ਆਖੇ ਲੱਗਾਂਗੇ, ਗੁਰੂ ਵਾਲੇ ਬਣਾਂਗੇ ਅਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਜਿਹੜਾ ਬਸਰ ਕਰਨਾ ਵਾ। ਅਤੇ ਹੁਣ ਸਾਧ ਸੰਗਤ ਜੀ ਆਪਾਂ ਜਿਹੜੀ 17ਵੀਂ ਅਸ਼ਟਪਦੀ ਹੈ ਸੁਖਮਨੀ ਸਾਹਿਬ ਜੀ ਦੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰੀ ਗਈ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸੁਭਾਏਮਾਨ ਆ, ਦਰਜ ਆ। ਔਰ ਇਹਦੇ ਆਰੰਭ ਵਿੱਚ ਸ਼ਲੋਕ ਆਉਂਦਾ ਵਾ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਵਾ, ਕਹਿਣ ਤੋਂ ਭਾਵ ਕਿ ਸੱਚਾ ਵਾ। ਸ਼ੁਰੂ ਤੋਂ ਹੀ ਜਦੋਂ ਦੀ ਪ੍ਰਕਿਰਤੀ ਬਣੀ ਆ, ਪ੍ਰਕਿਰਤੀ ਨੂੰ ਬਣਾਉਣ ਵਾਲਾ, ਕੁਦਰਤ ਨੂੰ ਬਣਾਉਣ ਵਾਲਾ ਪਰਮਾਤਮਾ ਆਪ ਆ। ਯੁੱਗਾਂ ਦੇ ਸ਼ੁਰੂ ਤੋਂ ਹੀ ਮੌਜੂਦ ਆ ਪਰਮਾਤਮਾ, ਅਤੇ ਹੈ ਵੀ ਸੱਚ ਆ, ਇਸ ਵੇਲੇ ਵੀ ਉਹ ਸੱਚ ਆ। ਅਤੇ ਹੇ ਨਾਨਕ, ਅਗਾਂਹ ਨੂੰ ਵੀ ਸਦਾ ਜਿਹੜਾ ਕਾਇਮ ਰਹੇਗਾ। ਹੈ ਵੀ ਸੱਚ, ਨਾਨਕ ਹੋਸੀ ਪੀ ਸੱਚ। ਇਸ ਕਰਕੇ ਪਰਮਾਤਮਾ ਜਿਹੜਾ ਵਾ ਹਮੇਸ਼ਾ ਸੱਚਾ ਜਿਹੜਾ ਵਾ ਉਹ ਕਾਇਮ ਰਹਿਣ ਵਾਲਾ ਵਾ। ਅਸ਼ਟਪਦੀ। ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨਹਾਰ। ਆਪ ਸਤ ਸਤ ਸਭ ਤਾਰੀ, ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਣਤਾ। ਬੁੱਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਇਸ ਪਦੇ ਦੇ ਵਿੱਚ ਗੁਰੂ ਸਾਹਿਬਾਨ ਸਾਨੂੰ ਫਰਮਾਉਂਦੇ ਆ,
ਸਤ ਤੋਂ ਭਾਵ ਹੁੰਦਾ ਸਾਧ ਸੰਗਤ ਜੀ ਸਦਾ ਥੇ ਰਹਿਣ ਵਾਲਾ, ਅਟਲ, ਜਿਹੜਾ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ, ਜਿਹੜਾ ਹਮੇਸ਼ਾ ਕਾਇਮ ਰਹਿੰਦਾ। ਔਰ ਪਰਸਨਹਾਰ ਤੋਂ ਭਾਵ ਹੁੰਦਾ ਛੂਹਣ ਵਾਲੇ ਚਰਨਾਂ ਨੂੰ। ਸੇਵਦਾਰ ਸੇਵਾ ਕਰਨ ਵਾਲਾ, ਪੂਜਾ ਕਰਨ ਵਾਲੇ ਨੂੰ ਕਹਿ ਦਿੰਦੇ ਆ। ਵੇਖਣਹਾਰ ਵੇਖਣ ਵਾਲੇ ਨੂੰ ਕਹਿ ਦਿੰਦੇ ਆ। ਅਤੇ ਧਾਰੀ ਟਿਕਾਈ ਹੋਈ, ਗੁਣਕਾਰੀ ਗੁਣ ਪੈਦਾ ਕਰਨ ਵਾਲਾ, ਬਕਤਾ ਉਚਾਰਨ ਵਾਲਾ, ਆਖਣ ਵਾਲਾ, ਸੁਰਤ ਧਿਆਨ ਜਸ ਸਿਫਤ, ਇਹ ਜਿਹੜੇ ਸ਼ਬਦਾਂ ਦੇ ਆਪਾਂ ਜਿਹੜੇ ਨਾ ਅੱਖਰ ਜਿਹੜੇ ਆ ਉਹਨਾਂ ਦੇ ਕੀਤੇ। ਹੁਣ ਆਪਾਂ ਜਿਹੜੀ ਆ ਇਹਨੂੰ ਵਿਚਾਰਦੇ ਹਾਂ ਕਿ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ। ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਪ੍ਰਭੂ ਦੇ ਚਰਨ ਸਦਾ ਥਿਰ ਹਨ। ਚਰਨਾਂ ਨੂੰ ਛੂਹਣ ਵਾਲੇ ਸੇਵਕ ਵੀ ਟਲ ਹੋ ਜਾਂਦੇ ਆ। ਪ੍ਰਭੂ ਦੀ ਪੂਜਾ ਇੱਕ ਸਦਾ ਨਿਭਣ ਵਾਲਾ ਕੰਮ ਆ, ਸੋ ਪੂਜਾ ਕਰਨ ਵਾਲੇ ਸਦਾ ਲਈ ਅਟਲ ਹੋ ਜਾਂਦੇ ਆ। ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ। ਅੱਗੇ ਲਿਖਿਆ ਗੁਰੂ ਸਾਹਿਬਾਨ ਨੇ, ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨਹਾਰ। ਕਹਿੰਦੇ ਪ੍ਰਭੂ ਦਾ ਦੀਦਾਰ ਜਿਹੜਾ ਵਾ ਉਹ ਸਤ ਕਰਮ ਆ, ਔਰ ਦੀਦਾਰ ਕਰਨ ਵਾਲੇ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਸਦਾ ਅਟਲ ਹੈ, ਸਿਮਰਨ ਵਾਲੇ ਵੀ ਅਥਿਰ ਹਨ। ਔਰ ਕਹਿੰਦੇ ਗੁਰੂ ਸਾਹਿਬਾਨ ਕਿ ਪਰਮਾਤਮਾ ਜਿਹੜਾ ਵਾ ਉਹਦਾ ਨਾਮ ਜਪਣ ਦੇ ਨਾਲ ਸਾਡੇ ਮਨ ਵਿੱਚ ਜਿਹੜੀ ਆ ਸਥਿਰਤਾ ਆ ਜਾਂਦੀ, ਸਟੇਬਿਲਟੀ ਆ ਜਾਂਦੀ ਆ। ਸਾਡੇ ਮਨ ਦੀ ਭਟਕਣਾ ਜਿਹੜੀ ਖਤਮ ਹੋ ਜਾਂਦੀ, ਕਿਉਂਕਿ ਜਦੋਂ ਪਰਮਾਤਮਾ ਸਦੀਵੀ ਹੈ, ਉਹਦੇ ਨਾਲ ਜਦੋਂ ਅਸੀਂ ਪਿਆਰ ਪਾ ਲਾਂਗੇ, ਪ੍ਰੇਮ ਪਾਵਾਂਗੇ, ਅਤੇ ਪਰਮਾਤਮਾ ਸਾਡੇ ਤੋਂ ਵਿਛੜਨ ਵਾਲੀ ਚੀਜ਼ ਨਹੀਂ, ਉਹ ਹਮੇਸ਼ਾ ਸਾਡੇ ਨਾਲ ਰਹਿਣਾ। ਦੁਨਿਆਵੀ ਅਸੀਂ ਬੰਦਿਆਂ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਅਸੀਂ ਪ੍ਰੀਤ ਪਾ ਲੈਂਦੇ ਹਾਂ, ਉਹ ਸਾਨੂੰ ਕਿਸੇ ਵੇਲੇ ਵੀ ਵਿਛੜ ਸਕਦੇ ਆ, ਕਿਸੇ ਵੇਲੇ ਵੀ ਸਾਡੇ ਤੋਂ ਜੁਦਾ ਹੋ ਸਕਦੇ ਆ, ਸਾਡੇ ਨਾਲ ਧੋਖਾ ਵੀ ਕਰ ਸਕਦੇ ਆ। ਕਈ ਤਰ੍ਹਾਂ ਦੇ ਇਨਸਾਨੀ ਜਦੋਂ ਅਸੀਂ ਦੁਨੀਆ ਵਿੱਚ ਵਿਚਰਦੇ ਹਾਂ, ਕਈ ਕੁਛ ਹੁੰਦਾ, ਲੇਕਿਨ ਪਰਮਾਤਮਾ ਜਿਹੜਾ ਵਾ ਉਹਨੇ ਸਾਡੇ ਨਾਲ ਹਮੇਸ਼ਾ ਅੰਗ ਸੰਗ ਸਾਡੇ ਰਹਿਣਾ ਵਾ, ਉਹ ਸੱਚਾ ਵਾ। ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਨਾਮ ਸਤ ਸਤ ਧਿਆਵਨਹਾਰ। ਕਹਿੰਦੇ ਨੇ ਕਿ ਪ੍ਰਭੂ ਦਾ ਜਿਹੜੇ ਨਾਮ ਆ ਨਾ ਉਹ ਸੱਚਾ ਵਾ, ਇਹਨੂੰ ਧਿਆਉਣਾ ਚਾਹੀਦਾ ਵਾ। ਔਰ ਦਰਸ਼ਨ ਸਤ ਸਤ ਪੇਖਣਹਾਰ, ਉਹਦੇ ਦਰਸ਼ਨ ਜਿਹੜੇ ਆ ਉਹ ਹਮੇਸ਼ਾ ਕਰਨੇ ਚਾਹੀਦੇ ਆ, ਕਿਉਂਕਿ ਪਰਮਾਤਮਾ ਦੇ ਦਰਸ਼ਨ ਦੀਦਾਰ ਕਰਨ ਵਾਲੇ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ। ਅਤੇ ਪ੍ਰਭੂ ਦਾ ਦੀਦਾਰ ਜਿਹੜਾ ਸਤ ਕਰਮ ਆ, ਪ੍ਰਭੂ ਦਾ ਨਾਮ ਸਦਾ ਅਟਲ ਆ, ਸਿਮਰਨ ਵਾਲੇ ਵੀ ਥਿਰ ਹਨ। ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਪ੍ਰਭੂ ਆਪ ਸਦਾ ਹੋਂਦ ਵਾਲਾ ਵਾ, ਉਸ ਦੀ ਟਿਕਾਈ ਹੋਈ ਰਚਨਾ ਵੀ ਹੋਂਦ ਵਾਲੀ ਆ। ਪ੍ਰਭੂ ਆਪ ਗੁਣ ਰੂਪ ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ। ਗੁਣਕਾਰੀ ਤੋਂ ਭਾਵ ਕਿ ਬੰਦਾ ਜਿਹੜਾ ਵਾ ਉਹ ਔਗਣਾਂ ਦੇ ਨਾਲ ਭਰਿਆ ਹੋਇਆ ਵਾ। ਪਰਮਾਤਮਾ ਹੀ ਸਾਨੂੰ ਜਿਹੜਾ ਵਾ ਉਹ ਗੁਣ ਬਖਸ਼ਦਾ ਵਾ। ਇਸੇ ਲਈ ਕਹਿੰਦੇ ਆ ਗੁਰੂ ਸਾਹਿਬਾਨ ਕਿ ਭਗਤ ਬਿਨਾ ਬਹੁ ਡੂਬੇ ਸਿਆਣੇ, ਕਿ ਗੁਰੂ ਦੀ ਭਗਤੀ ਤੋਂ ਬਿਨਾ, ਗੁਰੂ ਦਾ ਨਾਮ ਜਪਣ ਤੋਂ ਬਿਨਾ, ਬਾਣੀ ਪੜ੍ਹਨ ਤੋਂ ਬਿਨਾ ਵੱਡੇ ਵੱਡੇ ਸਿਆਣੇ ਮਨੁੱਖ ਵੀ ਕਈ ਵਾਰੀ ਜਿਹੜੇ ਆ ਉਹ ਡੁੱਬ ਜਾਂਦੇ, ਗਲਤੀਆਂ ਕਰਕੇ ਜਿਹੜੇ ਆ ਉਹ ਮੋਹ ਮਾਇਆ ਦੇ ਚੱਕਰ ਵਿੱਚ ਫਸ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ। ਇਸ ਕਰਕੇ ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਅਤੇ ਗੁਰੂ ਦੀ ਮੱਤ ਜਿਹੜੀ ਆ ਉਹਨੂੰ ਲੈਣੀ ਆਪਾਂ, ਜੇਕਰ ਅਸੀਂ ਆਪਣੇ ਜੀਵਨ ਨੂੰ ਭਾਵੇਂ ਜਿੰਨਾ ਮਰਜ਼ੀ ਪੜ੍ਹ ਲਿਖ ਜਾਈਏ, ਜਿੰਨੇ ਮਰਜ਼ੀ ਅਸੀਂ ਕਿਤਾਬਾਂ ਪੜ੍ਹੀਏ, ਕਾਪੀਆਂ ਪੜ੍ਹੀਏ, ਪਰ ਜੇਕਰ ਸਾਨੂੰ ਗੁਰੂ ਦੀ ਮੱਤ ਨਹੀਂ ਆਈ, ਗੁਰੂ ਦੇ ਰਸਤੇ 'ਤੇ ਨਹੀਂ ਚੱਲਦੇ, ਅਤੇ ਅਸੀਂ ਕਈ ਵਾਰੀ ਜਿਹੜੇ ਆ ਉਹ ਗੁਰੂ ਸਾਹਿਬਾਨ ਕਹਿੰਦੇ ਆ ਕਿ ਗੁਰੂ ਦੀ ਜਿਹੜੀ ਮੱਤ ਜਦੋਂ ਬੰਦਾ ਨਹੀਂ ਲੈਂਦਾ, ਅਤੇ ਫਿਰ ਉਹ ਜਿਹੜਾ ਵਾ ਕਈ ਵਾਰੀ ਗਲਤੀ ਕਰਕੇ ਜਿਹੜਾ ਨਮੋਸ਼ੀ ਜਿਹੜੀ ਉਹਨੂੰ ਹਾਸਲ ਕਰਨੀ ਪੈਂਦੀ, ਬੇਇੱਜ਼ਤੀ ਕਰਵਾ ਪੈਂਦਾ ਆਪਣੀ, ਕਿ ਬਹੁਤ ਡੂਬੇ ਸਿਆਣੇ ਡੁੱਬ ਜਾਂਦੇ ਉਹ।
ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਣਤਾ। ਪ੍ਰਭੂ ਆਪ ਸਦਾ ਹੋਂਦ ਵਾਲਾ ਵਾ, ਉਸ ਦੀ ਟਿਕਾਈ ਹੋਈ ਰਚਨਾ ਵੀ ਹੋਂਦ ਵਾਲੀ ਆ। ਪ੍ਰਭੂ ਆਪ ਗੁਣ ਰੂਪ ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ। ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਜਿਹੜਾ ਸਦਾ ਕਾਇਮ ਹੈ, ਔਰ ਸ਼ਬਦ ਨੂੰ ਉਚਾਰਨ ਵਾਲਾ ਜਿਹੜਾ ਥਿਰ ਹੋ ਜਾਂਦਾ ਹੈ। ਪ੍ਰਭੂ ਵਿੱਚ ਸੁਰਤ ਜੋੜਨੀ ਸਤ ਕਰਮ ਹੈ, ਪ੍ਰਭੂ ਦਾ ਜਸ ਸੁਣਨ ਵਾਲਾ ਵੀ ਸਤ ਹੈ। ਸ਼ਬਦ ਸਤ ਸਤ ਪ੍ਰਭ ਭਗਤਾ, ਇਹ ਜਿਹੜਾ ਸ਼ਬਦ ਆ ਗੁਰੂ ਦਾ, ਇਹ ਸੱਚਾ ਵਾ, ਅਟਲ ਆ, ਬਿਲਕੁਲ ਸੱਚਾਈ ਆ ਸੰਸਾਰ ਦੀ। ਇਹ ਪਵਿੱਤਰ ਆ, ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕੋਈ ਮਿਲਾਵਟ ਨਹੀਂ। ਔਰ ਸੁਰਤ ਸਤ, ਕਹਿੰਦੇ ਨੇ ਕਿ ਪਰਮਾਤਮਾ ਜੋ ਸਾਨੂੰ ਗੁਰੂ ਸਾਹਿਬਾਨ ਫਰਮਾਉਂਦੇ ਆ ਬਿਲਕੁਲ ਸੱਚਾਈ ਦੱਸਦੇ ਆ ਜੀਵਨ ਦੀ, ਕਿਉਂਕਿ ਧੁਰ ਜਿਹੜੀ ਬਾਣੀ ਆਈ ਬਿਲਕੁਲ ਸੱਚੀ ਆ, ਇਹਦੇ ਵਰਗਾ ਕੋਈ ਹੋਰ ਨਹੀਂ। ਕਹਿੰਦੇ ਸੁਰਤ ਸਤ ਸਤ ਜਸ ਸੁਣਤਾ, ਇਹ ਸੁਰਤ ਕਰਕੇ ਜਿਹੜਾ ਵਾ ਇਨਸਾਨ ਪਰਮਾਤਮਾ ਦੇ ਨਾਲ ਜਦੋਂ ਜੁੜਦਾ ਵਾ ਨਾ, ਜਦੋਂ ਆਪਣੀ ਸੁਰਤ ਜੋੜਦਾ ਵਾ, ਔਰ ਫਿਰ ਜਦੋਂ ਉਹ ਜਸ ਸੁਣਦਾ ਵਾ ਪਰਮਾਤਮਾ ਦਾ, ਕਹਿੰਦੇ ਬੁੱਝਣਹਾਰ ਕੋ ਸਤ ਸਭ ਹੋਏ। ਜਿਹੜਾ ਇਨਸਾਨ ਜਦੋਂ ਬੁੱਝਣਹਾਰ ਤੋਂ ਭਾਵ ਹੁੰਦਾ ਜਿਹੜਾ ਜਾਣ ਲੈਂਦਾ ਵਾ, ਸਮਝ ਲੈਂਦਾ ਵਾ, ਕਹਿੰਦੇ ਉਹਨੂੰ ਫਿਰ ਜਿਹੜੀ ਸੱਚ ਦੀ ਜਿਹੜੀ ਸਮਝ ਆ ਜਾਂਦੀ ਆ। ਨਾਨਕ ਸਤ ਸਤ ਪ੍ਰਭ ਸੋਏ। ਅਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਹੇ ਨਾਨਕ, ਉਹ ਇਨਸਾਨ ਜਿਹੜੇ ਪਰਮਾਤਮਾ ਦੇ ਨਾਲ ਜਿਹੜੇ ਆ ਇੱਕ ਮਿੱਕ ਜਿਹੜੇ ਹੋ ਜਾਂਦੇ ਆ। ਸੋ ਪ੍ਰਭੂ ਦੀ ਹੋਂਦ ਸਮਝਣ ਵਾਲੇ ਨੂੰ ਉਸ ਦਾ ਰਚਿਆ ਹੋਇਆ ਜਗਤ ਵੀ ਹਸਤੀ ਵਾਲਾ ਦਿਸਦਾ ਵਾ, ਭਾ ਮਿਥਿਆ ਨਹੀਂ ਭਾਸਦਾ। ਸੋ ਹੇ ਨਾਨਕ, ਪ੍ਰਭੂ ਆਪ ਸਦਾ ਹੀ ਥੇ ਰਹਿਣ ਵਾਲਾ ਵਾ। ਅਤੇ ਇਸ ਤੋਂ ਅੱਗੇ ਜਿਹੜੀ ਅਗਲੀ ਅਸ਼ਟਪਦੀ ਆ, ਉਹ ਆਪਣੇ ਜਿਹੜਾ ਪਦਾ ਵਾ ਦੂਸਰਾ, ਸਤ ਸਰੂਪ ਰਿਦੇ ਜਿਨ ਮਾਨਿਆ। ਕਹਿੰਦੇ ਜਿਹਨੇ ਪਰਮਾਤਮਾ ਦੇ ਰੂਪ ਨੂੰ ਸਤ ਕਰਕੇ ਮੰਨ ਲਿਆ, ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਵਾ। ਕਰਨ ਕਰਾਵਣ ਤਿਨ ਮੂਲ ਪਛਾਨਿਆ। ਕਹਿੰਦੇ ਉਹਨੇ ਕਰਨ ਕਰਾਵਣ ਵਾਲੇ ਪਰਮਾਤਮਾ ਦਾ ਜਿਹੜਾ ਮੂਲ ਆ, ਉਹਨੂੰ ਪਹਿਚਾਨ ਲਿਆ। ਜਿਸ ਮਨੁੱਖ ਨੇ ਟਲ ਪ੍ਰਭੂ ਦੀ ਮੂਰਤ ਨੂੰ ਸਦਾ ਮਨ ਵਿੱਚ ਟਿਕਾਇਆ ਵਾ, ਉਸ ਨੇ ਸਭ ਕੁਝ ਕਰਨ ਵਾਲੇ ਅਤੇ ਜੀਅ ਪਾਸੋਂ ਕਰਾਉਣ ਵਾਲੇ ਜਗਤ ਦੇ ਮੂਲ ਨੂੰ ਜਿਹੜਾ ਵਾ ਉਹ ਪਹਿਚਾਨ ਲਿਆ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ। ਜਿਨ੍ਹਾਂ ਦੇ ਹਿਰਦੇ ਵਿੱਚ ਵਿਸ਼ਵਾਸ ਆ ਗਿਆ, ਪਰਮਾਤਮਾ ਦੇ ਪ੍ਰਤੀ ਭਰੋਸਾ ਆ ਗਿਆ ਜਿਨ੍ਹਾਂ ਨੂੰ, ਕਿਉਂਕਿ ਵਿਸ਼ਵਾਸ ਤੋਂ ਬਿਨਾਂ ਕੋਈ ਵੀ ਰਿਸ਼ਤਾ ਜਿਹੜਾ ਵਾ ਉਹ ਨਹੀਂ ਨਿਭਦਾ। ਇਸ ਕਰਕੇ ਅਸੀਂ ਪਰਮਾਤਮਾ 'ਤੇ ਵਿਸ਼ਵਾਸ ਰੱਖਣਾ, ਭਰੋਸਾ ਰੱਖਣਾ ਵਾ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮਾਤਮਾ ਜਿਹੜਾ ਸਾਡਾ ਭਲਾ ਹੀ ਕਰੇਗਾ, ਉਹਦੀ ਓਟ ਆਸਰਾ ਲੈਣਾ ਵਾ। ਅਤੇ ਆਪਣੇ ਗੁਰੂ 'ਤੇ ਭਰੋਸਾ ਰੱਖਣਾ, ਪਰਮਾਤਮਾ 'ਤੇ ਭਰੋਸਾ ਰੱਖਣਾ, ਉਹ ਸਾਡੇ ਹਮੇਸ਼ਾ ਅੰਗ ਸੰਗ ਆ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਕਰਕੇ ਕਦੀ ਡੋਲਣਾ ਨਹੀਂ, ਘਬਰਾਉਣਾ ਨਹੀਂ। ਕਹਿੰਦੇ ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ। ਜਿਨ੍ਹਾਂ ਦੇ ਮਨ ਦੇ ਵਿੱਚ ਵਿਸ਼ਵਾਸ ਆ ਗਿਆ ਪਰਮਾਤਮਾ ਦੇ ਪ੍ਰਤੀ, ਤਤ ਗਿਆਨ ਤੇ ਸਮਨ ਪ੍ਰਗਟਾਇਆ। ਉਹਨਾਂ ਦੇ ਮਨ ਵਿੱਚ ਜਿਹੜਾ ਗਿਆਨ ਆ ਗਿਆ, ਸੱਚਾ ਗਿਆਨ ਆ ਗਿਆ। ਤਤ ਗਿਆਨ ਤੋਂ ਭਾਵ ਕਿ ਉਹਨਾਂ ਨੂੰ ਸੋਝੀ ਹੋ ਗਈ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦੀ ਹਸਤੀ ਦਾ ਯਕੀਨ ਬੱਝ ਗਿਆ, ਉਸ ਦੇ ਮਨ ਵਿੱਚ ਸੱਚਾ ਗਿਆਨ ਜਿਹੜਾ ਵਾ ਉਹ ਪ੍ਰਗਟ ਹੋ ਗਿਆ। ਹੁਣ ਉਹਨੂੰ ਸਮਝ ਲੱਗ ਗਈ ਆ ਕਿ ਜੋ ਕੁਛ ਕਰਦਾ ਪਰਮਾਤਮਾ ਕਰਦਾ ਵਾ। ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਭੈ ਤੇ ਨਿਰਭਉ ਹੋਏ ਬਿਸਾਨਾ। ਫਿਰ ਜਿਹੜਾ ਇਨਸਾਨ ਆ ਉਹ ਭੈ ਤੋਂ ਨਿਰਭਉ ਹੋ ਜਾਂਦਾ, ਜਾਣੀ ਕਿ ਉਹਦੇ ਮਨ ਦੇ ਡਰ ਦੂਰ ਹੋ ਜਾਂਦੇ ਆ, ਉਹਦੇ ਮਨ ਵਿੱਚ ਨਿਰਭੈ ਆ ਜਾਂਦਾ।
ਫਿਰ ਉਹ ਡਰਦਾ ਨਹੀਂ ਕਿਸੇ ਵੀ ਪਰੇਸ਼ਾਨੀ ਤੋਂ। ਉਹਨੂੰ ਵਿਸ਼ਵਾਸ ਹੁੰਦਾ ਕਿ ਪ੍ਰਮਾਤਮਾ ਮੇਰੀ ਹਰ ਪਰੇਸ਼ਾਨੀ ਦਾ ਹੱਲ ਜਿਹੜਾ ਕਰੂਗਾ, ਕਿਉਂਕਿ ਆਪਣੇ ਆਪ 'ਤੇ ਵਿਸ਼ਵਾਸ ਅਤੇ ਪ੍ਰਮਾਤਮਾ 'ਤੇ ਭਰੋਸਾ ਇਹ ਰੱਖਣੇ ਆਪਾਂ ਕਿ ਗੁਰੂ ਮਹਾਰਾਜ ਜਿਹੜਾ ਵਾ ਕਿਸੇ ਕਿਸਮ ਦਾ ਕੋਈ ਡਰ ਨਹੀਂ ਫਿਰ ਉਹ ਇਨਸਾਨ ਰੱਖਦਾ। ਜਿਸ 'ਤੇ ਉਪਜਾ ਅਤੇ ਸਮਾਹੇ ਸਮਾਨਾ। ਸਭ ਤੋਂ ਵੱਡਾ ਮੌਤ ਦਾ ਡਰ ਹੁੰਦਾ ਇਨਸਾਨ ਨੂੰ, ਪਰ ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਜਿਸ ਤੋਂ ਪੈਦਾ ਹੋਇਆ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ, ਕਿਉਂਕਿ ਸਾਨੂੰ ਨਹੀਂ ਪਤਾ ਕਿ ਅਸੀਂ ਦੁਨੀਆ 'ਤੇ ਆਉਣਾ ਸੀ ਕਿ ਨਹੀਂ ਆਉਣਾ, ਅਤੇ ਨਾ ਹੀ ਸਾਨੂੰ ਕੋਈ ਜਾਣਦਾ ਪਤਾ ਕਿ ਅਸੀਂ ਕਦੋਂ ਜਾਣਾ। ਪਰ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਜਿੱਥੇ ਬੰਦਾ ਉਪਜਿਆ, ਕਹਿਣ ਤੋਂ ਭਾਵ ਕਿ ਜਿਹੜੇ ਪ੍ਰਮਾਤਮਾ ਦੀ ਅਸੀਂ ਖੇਤੀ ਹਾਂ, ਜਦੋਂ ਮਰਜ਼ੀ ਉਹ ਕੱਟ ਵੱਢ ਸਕਦਾ ਵਾ, ਉਹਦੇ ਹੁਕਮ ਦੇ ਵਿੱਚ ਅਸੀਂ ਬੱਝੇ ਹਾਂ। ਇਹ ਜਿਹੜੇ ਸਵਾਸ ਮਿਲੇ ਸਾਨੂੰ ਉਹਦੇ ਹੁਕਮ ਦੇ ਵਿੱਚ ਹੀ ਮਿਲੇ ਆ, ਔਰ ਜਿੰਨੇ ਮਿਲੇ ਅਸੀਂ ਭੋਗ ਕੇ ਇਸ ਦੁਨੀਆ ਤੋਂ ਜਿਹੜਾ ਵਾ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਵਾ। ਸੋ ਇਸ ਕਰਕੇ ਮਰਨ ਤੋਂ ਗੁਰੂ ਸਾਹਿਬਾਨ ਕਹਿੰਦੇ ਨਹੀਂ ਡਰਨਾ ਚਾਹੀਦਾ, ਕਿਉਂਕਿ ਮਰਨ ਤੋਂ ਬਾਅਦ ਵੀ ਜਿਹੜਾ ਵਾ ਉਸੇ ਪ੍ਰਮਾਤਮਾ ਦੇ ਨਾਲ ਹੀ ਉਹ ਇਕਮਿਕ ਹੋ ਜਾਂਦਾ। ਪੰਜ ਤੱਤਾਂ ਦਾ ਜਿਹੜਾ ਬੰਦਾ ਵਾ ਉਹ ਪੰਜ ਤੱਤਾਂ ਵਿੱਚ ਰਲ ਜਾਂਦਾ। ਕਬੀਰ ਮੈਂ ਗੁਰਬਾਣੀ ਦੇ ਵਿੱਚ ਲਿਖਿਆ ਵਾ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿਣ ਤੋਂ ਭਾਵ ਕਿ ਉਹਦੇ ਮਨ ਦੇ ਵਿੱਚ ਫਿਰ ਭਾਉ ਜਿਹੜਾ ਡਰ ਆ ਉਹ ਖਤਮ ਹੋ ਜਾਂਦਾ। ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਬਸਤ ਮਾਹੀ ਲੈ ਬਸਤ ਗਡਾਈ। ਬਸਤ ਹੁੰਦਾ ਚੀਜ਼, ਗਡਾਈ ਹੁੰਦੀ ਮਲਾਈ। ਤਾਂ ਕੋ ਭਿੰਨ ਨਾ ਕਹਿਣਾ ਜਾਈ। ਕਹਿੰਦੇ ਨੇ ਗੁਰੂ ਸਾਹਿਬਾਨ ਕਿ ਜਿਵੇਂ ਇੱਕ ਚੀਜ਼ ਲੈ ਕੇ ਉਸ ਕਿਸਮ ਦੀ ਚੀਜ਼ ਵਿੱਚ ਰਲਾ ਦਿੱਤੀ ਜਾਏ ਅਤੇ ਦੋਹਾਂ ਵਿੱਚ ਫਰਕ ਨਹੀਂ ਰਹਿ ਜਾਂਦਾ, ਤਿਵੇਂ ਹੀ ਜੋ ਮਨੁੱਖ ਪ੍ਰਭੂ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ, ਨਾ ਕਿਹਾ ਜਾ ਸਕਦਾ। ਜਿਵੇਂ ਨਦੀਆਂ ਨਾਲੇ ਜਿਹੜੇ ਆ ਜਦੋਂ ਸਮੁੰਦਰ ਦੇ ਵਿੱਚ ਮਿਲ ਜਾਂਦੇ ਆ ਅਤੇ ਉਹਨਾਂ ਦਾ ਜਿਹੜਾ ਰੂਪ ਆ ਸਮੁੰਦਰ ਹੀ ਹੋ ਜਾਂਦਾ। ਫਿਰ ਪਾਣੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਕਿ ਨਦੀ ਦਾ ਕਿਹੜਾ ਅਤੇ ਸਮੁੰਦਰ ਦਾ ਕਿਹੜਾ। ਇਸੇ ਤਰ੍ਹਾਂ ਹੀ ਮਨੁੱਖ ਜਦੋਂ ਪਰਮਾਤਮਾ ਨਾਲ ਮਿਲ ਜਾਂਦਾ ਵਾ, ਉਹ ਫਿਰ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ। ਅਤੇ ਕਹਿੰਦੇ ਨੇ ਕਿ ਬਸਤ ਮਾਹੀ ਲੈ ਬਸਤ ਗਡਾਈ, ਕਿ ਅਸੀਂ ਪਰਮਾਤਮਾ ਦੀਆਂ ਹੀ ਵਸਤਾਂ ਵਾਂ, ਚੀਜ਼ਾਂ ਵਾਂ, ਅਤੇ ਉਹਦੇ ਵਿੱਚ ਹੀ ਅਸੀਂ ਮਿਲ ਜਾਣਾ ਵਾ। ਅਤੇ ਅੱਗੇ ਲਿਖਿਆ ਗੁਰੂ ਸਾਹਿਬਾਨ ਨੇ ਸਾਧ ਸੰਗਤ ਜੀ, ਤਾਂ ਕੋ ਭਿੰਨ ਨਾ ਕਹਿਣਾ ਜਾਈ, ਕਿ ਫਿਰ ਉਹ ਬੰਦੇ ਨੂੰ ਜਿਹੜਾ ਵਾ ਭਿੰਨ ਨਹੀਂ ਆ। ਹਰ ਇਨਸਾਨ ਜਿਹੜਾ ਵਾ ਉਹ ਜਦੋਂ ਉਹਦੀ ਮ੍ਰਿਤਿੂ ਹੋ ਜਾਂਦੀ ਆ, ਫਿਰ ਉਹ ਜਿਹੜਾ ਵਾ ਆਕਾਸ਼, ਧਰਤੀ, ਅੱਗ, ਜਿਹੜੇ ਪੰਜ ਤੱਤ ਆ, ਇਹਨਾਂ ਦੇ ਵਿੱਚ ਉਹ ਜਿਹੜਾ ਵਾ ਉਹ ਮਿਲ ਜਾਂਦਾ ਵਾ। ਕਹਿਣ ਤੋਂ ਭਾਵ ਹੈ ਕਿ ਉਹਦਾ ਆਪਣਾ ਕੋਈ ਵੀ ਫਿਰ ਹਸਤੀ ਨਹੀਂ ਰਹਿ ਜਾਂਦੀ, ਉਹ ਮਿੱਟੀ ਹੋ ਜਾਂਦਾ ਵਾ। ਉਹਦਾ ਆਪਣਾ ਜਿਹੜਾ ਵਾ ਸਭ ਕੁਝ ਖਤਮ ਹੋ ਜਾਂਦਾ ਵਾ, ਕਿਉਂਕਿ ਸਾਨੂੰ ਸਰੀਰ ਹੀ ਮਿਲਿਆ, ਇਹ ਦੇਹ ਮਿਲੀ ਆ। ਇਹਦੇ ਵਿੱਚ ਹਵਾ ਜਿਹੜੀ ਚੱਲਦੀ ਆ, ਪਾਣੀ ਚੱਲਦਾ ਆਪਾਂ ਪੀਂਦੇ ਹਾਂ, ਫਿਰ ਖਾਦ ਪਦਾਰਥ ਜਿਹੜੇ ਆਪਾਂ ਖਾਂਦੇ ਹਾਂ, ਕਾਸ ਚਾਹੀਦਾ ਵਾ, ਧੁੱਪ ਚਾਹੀਦੀ ਆ। ਇਸ ਤੋਂ ਇਲਾਵਾ ਜਿਹੜੇ ਆ ਪੰਜ ਤੱਤਾਂ ਦੀ ਗੱਲ ਕੀਤੀ ਆ, ਉਹਦੇ ਵਿੱਚ ਹੀ ਬੰਦਾ ਫਿਰ ਸਮਾ ਜਾਂਦਾ ਵਾ। ਕਹਿਣ ਤੋਂ ਭਾਵ ਕਿ ਕੁਦਰਤ ਦੇ ਵਿੱਚ ਹੀ ਇਨਸਾਨ ਜਿਹੜਾ ਜੰਮਿਆ ਅਤੇ ਕੁਦਰਤ ਵਿੱਚ ਹੀ ਜਿਹੜਾ ਵਾ ਲੀਨ ਹੋ ਜਾਂਦਾ। ਗੁਰੂ ਸਾਹਿਬਾਨ ਕਹਿੰਦੇ ਨੇ ਕਿ ਬੂਝੇ ਬੂਝਣ ਹਾਰ ਵਿਵੇਕ। ਜਿਹੜੇ ਬੰਦੇ ਦੀ ਬੁੱਧੀ ਵਿਵੇਕ ਹੋ ਜਾਂਦੀ, ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਆ, ਉਹ ਫਿਰ ਪਰਮਾਤਮਾ ਨੂੰ ਬੁੱਝ ਲੈਂਦਾ। ਨਰੈਣ ਮਿਲੇ ਨਾਨਕ ਏਕ। ਫਿਰ ਜਿਹੜਾ ਪਰਮਾਤਮਾ ਜਿਹੜਾ ਵਾ ਸਾਨੂੰ ਇੱਕ ਜਿਹੜਾ ਪਰਮਾਤਮਾ ਵਾ ਉਹ ਮਿਲ ਜਾਂਦਾ ਵਾ। ਅਤੇ ਗੁਰੂ ਸਾਹਿਬਾਨ ਨੇ ਸਾਨੂੰ ਫਰਮਾਇਆ ਸਾਧ ਸੰਗਤ ਜੀ ਕਿ ਇਸ ਸੰਸਾਰ ਨੂੰ, ਇਹ ਜਿਹੜਾ ਵਿਚਾਰਨ ਵਾਲਾ ਕੋਈ ਵਿਰਲਾ ਹੀ ਸਮਝਦਾ। ਬੂਝੇ ਬੂਝਣ ਹਾਰ ਵਿਵੇਕ। ਅਤੇ ਹੇ ਨਾਨਕ, ਜੋ ਜੀ ਪ੍ਰਭੂ ਨੂੰ ਮਿਲ ਪਏ ਹਨ, ਉਹ ਉਸ ਦੇ ਨਾਲ ਇੱਕ ਰੂਪ ਹੋ ਗਏ ਹਨ, ਉਹ ਪਰਮਾਤਮਾ ਦੇ ਨਾਲ ਇੱਕ ਹੋ ਗਏ ਹਨ। ਨਰੈਣ ਤੋਂ ਭਾਵ ਅਕਾਲ ਪੁਰਖ ਪਰਮਾਤਮਾ।
ਔਰ ਗੁਰੂ ਸਾਹਿਬਾਨ ਫਰਮਾਉਂਦੇ ਨੇ ਕਿ ਉਹ ਮਨੁੱਖ ਜਗਤ ਦੇ ਹਰੇਕ ਡਰ ਤੋਂ ਰਹਿਤ ਹੋ ਕੇ ਨਿਡਰ ਹੋ ਕੇ ਵਸਦਾ ਵਾ, ਕਿਉਂਕਿ ਉਹ ਸਦਾ ਪ੍ਰਭੂ ਦੇ ਵਿੱਚ ਲੀਨ ਰਹਿੰਦਾ ਵਾ ਕਿ ਜਿਸ ਤੋਂ ਉਹ ਪੈਦਾ ਹੋਇਆ ਵਾ। ਭੈ ਤੇ ਨਿਰਭਉ ਹੋਏ ਬਿਸਾਨਾ, ਜਿਸ ਤੇ ਉਪਜਾ ਤੇ ਸਮਾਏ ਸਮਾਨਾ। ਇਸ ਪੰਕਤੀ ਦਾ ਜਿਹੜਾ ਭਾਵ ਅਰਥ ਇਹ ਆ। ਅੱਗੇ ਜਿਹੜਾ ਵਾ ਸਾਧ ਸੰਗਤ ਜੀ ਗੁਰੂ ਸਾਹਿਬਾਨ ਆਪਾਂ ਨੂੰ ਫਰਮਾਉਂਦੇ ਨੇ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ। ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਤੇ ਸਦਾ ਉਸ ਦੀ ਪੂਜਾ ਕਰਦਾ। ਪੁਜਾਰੀ ਤੋਂ ਭਾਵ ਪਰਮਾਤਮਾ ਦੀ ਪੂਜਾ ਕਰਦਾ। ਠਾਕਰ ਇੱਥੇ ਪਰਮਾਤਮਾ ਨੂੰ ਕਿਹਾ ਗਿਆ ਜੀ, ਤੇ ਹਮੇਸ਼ਾ ਪਰਮਾਤਮਾ ਦੇ ਹੁਕਮ ਨੂੰ ਮੰਨਣ ਵਾਲਾ ਹੁੰਦਾ। ਆਗਿਆਕਾਰੀ ਤੋਂ ਭਾਵ ਹੁਕਮ ਨੂੰ ਮੰਨਣ ਵਾਲਾ। ਠਾਕਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ। ਕਾਲ ਪੁਰਖ ਦੇ ਸੇਵਕ ਦੇ ਮਨ ਵਿੱਚ ਉਸ ਦੀ ਹਸਤੀ ਦਾ ਵਿਸ਼ਵਾਸ ਰਹਿੰਦਾ। ਪ੍ਰਤੀਤ ਤੋਂ ਭਾਵ ਵਿਸ਼ਵਾਸ ਰਹਿੰਦਾ, ਸ਼ਰਧਾ ਰਹਿੰਦੀ, ਸਿਦਕ ਰਹਿੰਦਾ। ਤਾਂ ਹੀ ਉਸ ਦੀ ਜ਼ਿੰਦਗੀ ਜਿਹੜੀ ਆ ਸੁੱਚੀ ਮਰਿਆਦਾ ਦੀ ਹੁੰਦੀ ਆ। ਠਾਕਰ ਕੇ ਸੇਵਕ ਕੀ ਨਿਰਮਲ ਰੀਤ, ਨਿਰਮਲ ਹੋ ਜਾਂਦੀ ਉਹਦੀ ਬੁੱਧੀ, ਜਿਹੜੀ ਪਵਿੱਤਰ ਹੋ ਜਾਂਦੀ। ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ। ਕਹਿੰਦੇ ਸੇਵਕ ਆਪਣੇ ਮਾਲਕ ਪ੍ਰਭੂ ਨੂੰ ਹਰ ਵੇਲੇ ਆਪਣੇ ਨਾਲ ਜਾਣਦਾ ਅਤੇ ਉਸ ਦੇ ਨਾਮ ਦੀ ਮੌਜ ਵਿੱਚ ਰਹਿੰਦਾ ਵਾ। ਹਮੇਸ਼ਾ ਹੀ ਠਾਕਰ ਕੋ ਸੇਵਕ ਜਾਣੇ ਸੰਗ, ਪਰਮਾਤਮਾ ਨੂੰ ਆਪਣੇ ਅੰਗ ਸੰਗ ਹੀ ਸਮਝਦਾ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਦੂਰ। ਕਈਆਂ ਨੂੰ ਉਹ ਦੂਰ ਜਾਪਦਾ, ਕਈਆਂ ਨੂੰ ਨੇੜੇ। ਪਰ ਜਿਹੜੇ ਪਰਮਾਤਮਾ ਦੇ ਭਗਤ ਆ, ਜਿਹੜੇ ਗੁਰੂ ਨਾਲ ਜੁੜੇ ਹੋਏ ਆ, ਉਹਨਾਂ ਨੂੰ ਆਪਣੇ ਅੰਗ ਸੰਗ ਹੀ ਪਰਮਾਤਮਾ ਜਿਹੜਾ ਵਾ ਉਹ ਪ੍ਰਤੀਤ ਹੁੰਦਾ ਵਾ। ਉਹ ਪਾਰ ਬ੍ਰਹਮ ਨੂੰ ਆਪਣੇ ਨੇੜੇ ਹੀ ਸਮਝਦੇ ਆ, ਅੰਗ ਸੰਗ ਸਮਝਦੇ। ਗੁਰੂ ਸਾਹਿਬਾਨ ਫਰਮਾਉਂਦੇ ਨੇ ਕਿ ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ। ਅਤੇ ਪਰਮਾਤਮਾ ਦੇ ਰੰਗ ਦੇ ਵਿੱਚ ਸੇਵਕ ਜਿਹੜਾ ਹਮੇਸ਼ਾ ਰੰਗਿਆ ਰਹਿੰਦਾ ਵਾ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋ ਕਈਅਤ ਹੈ ਸੂਰਾ। ਜਿਨ੍ਹਾਂ ਨੂੰ ਪਰਮਾਤਮਾ ਦਾ ਰੰਗ ਇਸ ਯੁੱਗ ਦੇ ਵਿੱਚ ਲੱਗ ਜਾਂਦਾ, ਯਾਨੀ ਕਿ ਜਿਨ੍ਹਾਂ ਦੀ ਪ੍ਰੀਤ ਪਰਮਾਤਮਾ ਨਾਲ ਪੈ ਜਾਂਦੀ ਨਾ ਇਸ ਸੰਸਾਰ ਦੇ ਵਿੱਚ, ਉਹ ਸੂਰਮੇ ਆ, ਉਹ ਯੋਧੇ ਆ। ਔਰ ਕਹਿੰਦੇ ਸੇਵਕ ਕੋ ਪ੍ਰਭ ਪਾਲਣਹਾਰਾ। ਸੇਵਕਾਂ ਨੂੰ ਪਰਮਾਤਮਾ ਖੁਦ ਆਪ ਪਾਲਦਾ। ਸੇਵਕ ਕੀ ਰਾਖੇ ਨਿਰੰਕਾਰ, ਉਹ ਨਿਰੰਕਾਰ, ਉਹ ਪਰਮਾਤਮਾ ਸੇਵਕ ਦੀ ਰੱਖਿਆ ਕਰਦਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੇ। ਉਹੋ ਹੀ ਸੇਵਕ ਹੈ ਜਿਹ 'ਤੇ ਪਰਮਾਤਮਾ ਦੀ ਦਇਆ ਹੁੰਦੀ ਹੈ। ਕਹਿਣ ਤੋਂ ਭਾਵ ਜਦੋਂ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਹਾਂ, ਆਪਣਾ ਆਪ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ, ਅਸੀਂ ਆਪਣੇ ਆਪ ਨੂੰ ਗੁਰੂ ਪ੍ਰਤੀ ਜਦੋਂ ਸਮਰਪਿਤ ਕਰ ਦਿੰਦੇ ਹਾਂ ਨਾ, ਫਿਰ ਪਰਮਾਤਮਾ ਸਾਡੇ 'ਤੇ ਦਇਆ ਕਰਦਾ, ਮਿਹਰ ਕਰਦਾ, ਕਿਰਪਾ ਕਰਦਾ। ਨਾਨਕ ਸੋ ਸੇਵਕ ਸਾਥ ਸਾਥ ਸਮਾਰੇ। ਸਾਨੂੰ ਹਰ ਸਾਹ ਦੇ ਨਾਲ ਇੱਕ ਇੱਕ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਕਹਿਣ ਤੋਂ ਭਾਵ ਆ ਕਿ ਹਰ ਪੈਰ 'ਤੇ ਸਾਡੀ ਰਾਖਿਆ ਕਰਦਾ ਵਾ, ਇੱਕ ਇੱਕ ਕਦਮ 'ਤੇ, ਇੱਕ ਇੱਕ ਸਾਹ 'ਤੇ ਪਰਮਾਤਮਾ ਸਾਡੀ ਜਿਹੜੀ ਆ ਉਹ ਰੱਖਿਆ ਕਰਦਾ। ਸੋ ਸੇਵਕ ਆਪਣੇ ਮਾਲਕ ਪ੍ਰਭੂ ਨੂੰ ਹਰ ਵੇਲੇ ਆਪਣੇ ਨਾਲ ਜਾਣਦਾ ਹੈ ਅਤੇ ਉਸ ਦੇ ਨਾਮ ਦੀ ਮੌਜ ਵਿੱਚ ਰਹਿੰਦਾ ਹੈ। ਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ ਅਤੇ ਆਪਣੇ ਸੇਵਕ ਦੀ ਸਦਾ ਲਾਜ ਰੱਖਦਾ ਵਾ। ਪਰ ਸੇਵਕ ਉਹੀ ਮਨੁੱਖ ਬਣ ਸਕਦਾ ਜਿਸ 'ਤੇ ਪ੍ਰਭੂ ਆਪ ਮਿਹਰ ਕਰਦਾ। ਇਹ ਨਾਨਕ ਜਿਹਾ ਸੇਵਕ ਪ੍ਰਭੂ ਨੂੰ ਦਮ ਬੇਦਮ ਯਾਦ ਰੱਖਦਾ। ਆਪਣੇ ਜਨ ਕਾ ਪਰਦਾ ਟਾਕੇ। ਪਰਦੇ ਕੱਜਦਾ ਪਰਮਾਤਮਾ ਆਪਣੇ ਜਨ ਦੇ, ਕਿਉਂਕਿ ਵੇਖੋ ਇਨਸਾਨ ਜਿਹੜਾ ਭੁੱਲਣਹਾਰ ਆ, ਗਲਤੀਆਂ ਹੋ ਜਾਂਦੀਆਂ ਕਈ ਵਾਰੀ, ਪਰ ਪਰਮਾਤਮਾ ਸਾਡੇ ਐਬ ਗੁਨਾਹ ਜਿਹੜੇ ਆ
ਉਹ ਛਪਾ ਲੈਂਦਾ, ਪਰਦੇ ਪਾ ਲੈਂਦਾ। ਜੇਕਰ ਸਾਡੇ ਕੋਲ ਅਣਜਾਣੇ 'ਚ ਕੋਈ ਗਲਤੀ ਹੋ ਵੀ ਜਾਂਦੀ ਤੇ ਜਿਹੜਾ ਆਪਣੇ ਜਨਕਾ ਪਰਮਾਤਮਾ ਜਿਹੜਾ ਪਰਦਾ ਕੱਜਦਾ। ਆਪਣੇ ਸੇਵਕ ਕੀ ਸਿਰ ਪਰ ਰਾਖੇ, ਸਿਰ ਪਰ ਹੁੰਦਾ ਜ਼ਰੂਰ, ਰਾਖੇ ਲਾਜ ਰੱਖਦਾ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕਾਂ ਨੂੰ ਉਹ ਵਡਿਆਈ ਵੀ ਬਖਸ਼ਦਾ ਵਾ ਔਰ ਉਹਨਾਂ ਨੂੰ ਨਾਮ ਦੀ ਦਾਤ ਵੀ ਦਿੰਦਾ ਵਾ, ਨਾਮ ਵੀ ਜਪਾਉਂਦਾ। ਆਪਣੇ ਸੇਵਕ ਹੀ ਆਪ ਪਤ ਰਾਖੇ, ਪਤ ਵੀ ਰੱਖਦਾ ਪਰਮਾਤਮਾ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਪਰਮਾਤਮਾ ਸਾਨੂੰ ਚੰਗੀ ਮੱਤ ਦਿੰਦਾ ਵਾ, ਸਾਡੀ ਪੱਤ ਵੀ ਰੱਖਦਾ, ਇੱਜ਼ਤ ਵੀ ਰੱਖਦਾ ਵਾ, ਤਾਂ ਕਿ ਗਤ ਮਿਤ ਕੋਈ ਨਾ ਲਾਖੇ। ਅਤੇ ਉਹਦੀ ਜਿਹੜੀ ਆ ਗਤ ਮਿਤ ਜਿਹੜੀ ਆ ਕੋਈ ਨਹੀਂ ਗਿਣੀ ਜਾ ਸਕਦੀ। ਕਹਿਣ ਤੋਂ ਭਾਵ ਕਿ ਇੰਨੀ ਵੱਡੀ ਜਿਹੜੀ ਵਡਿਆਈ ਜਿਹੜੀ ਆ ਉਹ ਮਿਲਦੀ ਪਰਮਾਤਮਾ ਦੇ ਨਾਮ ਜਪਣ ਦੇ ਨਾਲ। ਫਿਰ ਉਹਦੀ ਜਿਹੜੀ ਆ ਗਿਣਤੀ ਮਿਣਤੀ ਜਿਹੜੀ ਆ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪਰਮਾਤਮਾ ਜਿਹੜਾ ਵਾ ਉਹ ਸਾਨੂੰ ਇੰਨੀਆਂ ਬਖਸ਼ਿਸ਼ਾਂ ਕਰ ਦਿੰਦਾ, ਸਾਡੇ 'ਤੇ ਇੰਨੀ ਮਿਹਰ ਕਰਦਾ ਵਾ। ਪ੍ਰਭ ਕੇ ਸੇਵਕ ਕੋਹ ਨਾ ਪਹੁੰਚੇ। ਜਿਹੜੇ ਪ੍ਰਭੂ ਦੇ ਸੇਵਕ ਆ ਉਹਨਾਂ ਦੀ ਪਹੁੰਚ ਜਿਹੜੀ ਬੜੀ ਉੱਚੀ ਹੋ ਜਾਂਦੀ ਆ, ਉੱਥੋਂ ਤੱਕ ਹਰ ਇਨਸਾਨ ਨਹੀਂ ਪਹੁੰਚਦਾ, ਕਿਉਂਕਿ ਉਹਨਾਂ ਦੀ ਸੋਚ ਬੜੀ ਛੋਟੀ ਹੁੰਦੀ ਆ। ਪਰ ਜਿਹੜੇ ਗੁਰਮੁਖ ਹੁੰਦੇ, ਗੁਰਸਿੱਖ ਹੁੰਦੇ ਆ, ਜਿਹੜੇ ਸਾਧੂ ਜਨ ਬਣ ਜਾਂਦੇ ਆ, ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ, ਉਹ ਪ੍ਰਮਾਤਮਾ ਦਾ ਹੀ ਰੂਪ ਬਣ ਜਾਂਦੇ ਆ। ਉਹ ਕਦੀ ਕਿਸੇ ਦਾ ਮਾੜਾ ਨਹੀਂ ਸੋਚਦੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਹਨਾਂ ਵਿੱਚ ਚੰਗੇ ਜਿਹੜੇ ਆ ਸਦਾਚਾਰਕ ਜਿਹੜੇ ਆ ਗੁਣ ਆ ਜਾਂਦੇ ਆ, ਔਰ ਪ੍ਰਮਾਤਮਾ ਰੱਬੀ ਗੁਣ ਆ ਜਾਂਦੇ ਉਹਨਾਂ ਦੇ ਵਿੱਚ। ਉਹਨਾਂ ਤੱਕ ਪਹੁੰਚਣਾ ਜਿਹੜਾ ਹਰ ਇਨਸਾਨ ਨਹੀਂ ਪਹੁੰਚ ਸਕਦਾ। ਪ੍ਰਭ ਕੇ ਸੇਵਕ ਊਚ ਤੇ ਉੱਚੇ, ਸਭ ਤੋਂ ਉੱਚੇ ਜਿਹੜੇ ਆ ਉਹ ਪ੍ਰਭੂ ਦੇ ਸੇਵਕ ਹੁੰਦੇ ਆ। ਗੁਰੂ ਸਾਹਿਬਾਨ ਫਰਮਾ ਰਹੇ ਆ ਕਿ ਪ੍ਰਭ ਕੇ ਸੇਵਕ ਊਚ ਤੇ ਉੱਚੇ, ਉੱਚਿਆਂ ਨਾਲੋਂ ਵੀ ਉੱਚੇ ਨੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਜਿਹਨੂੰ ਵੀ ਪ੍ਰਮਾਤਮਾ ਨੇ ਆਪਣੀ ਸੇਵਾ ਲਾਇਆ ਵਾ, ਬਖਸ਼ਿਸ਼ ਕੀਤੀ ਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਉਹ ਦਸਾਂ ਦਿਸ਼ਾਵਾਂ ਦੇ ਵਿੱਚ ਉਹਦੀ ਜਿਹੜੀ ਜੈ ਜੈਕਾਰ ਹੁੰਦੀ ਆ, ਉਹਦੀ ਵਡਿਆਈ ਹੁੰਦੀ ਹੈ। ਸੋ ਆਪਾਂ ਸਾਧ ਸੰਗਤ ਜੀ ਇਸ ਲਈ ਇਹ ਜਿਹੜੀ ਆ ਜਿਹੜਾ ਚੌਥਾ ਪਦਾ ਵਾ, ਇਹਦੇ 'ਤੇ ਕਰੀ ਜਿਹੜੀ ਇੱਕ ਛੋਟੀ ਜਿਹੀ ਹੋਰ ਝਾਤ ਮਾਰਦੇ ਹਾਂ ਕਿ ਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਵਾ ਅਤੇ ਉਸ ਦੀ ਲਾਜ ਜ਼ਰੂਰ ਰੱਖਦਾ। ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖਸ਼ਦਾ, ਉਸ ਨੂੰ ਆਪਣਾ ਨਾਮ ਜਪਾਉਂਦਾ। ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਅਤੇ ਉਸ ਦੀ ਉੱਚ ਅਵਸਥਾ ਅਤੇ ਉਸ ਦੇ ਵੱਡਪਨ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ। ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਪ੍ਰਭੂ ਦੇ ਸੇਵਕ ਉੱਚਿਆਂ ਤੋਂ ਵੀ ਉੱਚੇ ਹਨ। ਪਰ ਹੇ ਨਾਨਕ, ਉਹ ਸੇਵਕ ਸਾਰੇ ਜਗਤ ਵਿੱਚ ਪ੍ਰਗਟ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿੱਚ ਲਾਇਆ ਹੈ। ਸੋ ਸਾਧ ਸੰਗਤ ਜੀ, ਆਪਾਂ ਅੱਜ ਜਿਹੜੀ 17ਵੀਂ ਅਸ਼ਟਪਦੀ ਆ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ, ਇਹਦੇ 4 ਜਿਹੜੇ ਪਦੇ ਆ, ਜਿਹੜੇ ਬਾਂਧੇ ਆਪਾਂ ਜਿਹੜੇ ਆ ਉਹਨਾਂ ਦੇ ਭਾਵ ਅਰਥ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਆਪਣੀ ਤੁਸ਼ ਬੁੱਧੀ ਦੇ ਨਾਲ, ਔਰ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ, ਭਾਵ ਅਰਥ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਨਸਾਨ ਜਿਹੜਾ ਵਾ ਭੁੱਲਣ ਹਾਰਿਆ, ਕਈ ਵਾਰੀ ਨਾ ਚਾਹੁੰਦਿਆਂ ਹੋਇਆਂ ਵੀ ਕੋਈ ਗਲਤੀ ਹੋ ਜਾਂਦੀ ਆ। ਇਸ ਲਈ ਦਾਸ ਜਿਹੜਾ ਵਾ ਉਹ ਸਾਧ ਸੰਗਤ ਜੀ ਪਾਸੋਂ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੋਂ ਜਿਹੜਾ ਵਾ ਖਿਮਾ ਦਾ ਜਾਚਕ ਆ। ਸੋ ਗੁਰੂ ਦੀ ਪਿਆਰੀ ਸਾਧ ਸੰਗਤ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਣਯੋਗ ਨੇ। ਭੁੱਲਾਂ ਬਖਸ਼ ਲੈਣਾ, ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਵਾ। ਵੱਧ ਤੋਂ ਵੱਧ ਆਪਾਂ ਬਾਣੀ ਪੜ੍ਹਨੀ ਆ, ਗੁਰਬਾਣੀ ਨਾਲ ਜੁੜਨਾ ਵਾ, ਕਿਉਂਕਿ ਗੁਰਬਾਣੀ ਜਿਹੜੀ ਗੁਰੂ ਸਾਹਿਬਾਨਾਂ ਨੇ ਸਾਡੇ ਵਾਸਤੇ ਲਿਖੀ ਹੈ, ਲਿਖਾਈ ਵਾਸਤੇ ਲਿਖੀ, ਲਿਖਾਈ ਦੀ ਭਲਾਈ ਵਾਸਤੇ ਲਿਖੀ ਆ।
ਇਹ ਜਨਮ ਜਿਹੜਾ ਬਾਰ-ਬਾਰ ਨਹੀਂ ਮਿਲਦਾ। ਇਸ ਕਰਕੇ ਅਸੀਂ ਇਸ ਜੀਵਨ ਨੂੰ ਜਾਈ ਨਹੀਂ ਗਵਾਉਣਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਫੋਕਟ ਕਰਮ ਅਸੀਂ ਹੋਰ ਕਰਦੇ ਫਿਰਦੇ ਹਾਂ, ਉਹਨਾਂ ਕੰਮਾਂ ਦੇ ਨਾਲ ਪਰਮਾਤਮਾ ਨਹੀਂ ਮਿਲਣਾ। ਅਸੀਂ ਨਾਮ ਜਪਣਾ ਵਾ, ਜਦੋਂ ਵੀ ਟਾਈਮ ਲੱਗਦਾ ਜਪਣਾ ਵਾ, ਗੁਰਬਾਣੀ ਪੜ੍ਹਨੀ ਆ, ਇੱਕ ਨਿਤਨੇਮ ਜਿਹੜਾ ਵਾ ਕਰਨਾ ਜ਼ਰੂਰੀ ਆ। ਬਾਕੀ ਜਿਹੜਾ ਵਾ ਹਰ ਵੇਲੇ ਜਿਹੜਾ ਪਰਮਾਤਮਾ ਨੂੰ ਮਨ ਦੇ ਵਿੱਚ ਯਾਦ ਰੱਖਣਾ ਚਾਹੀਦਾ ਵਾ, ਔਰ ਉਹਨੂੰ ਕਦੀ ਨਹੀਂ ਭੁਲਾਉਣਾ ਚਾਹੀਦਾ। ਕਿਉਂਕਿ ਜਦੋਂ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ, ਫਿਰ ਜਿਹੜੇ ਦੁੱਖ ਆ, ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਸਾਡਾ ਮਨ ਕੁਰਲਾਉਂਦਾ ਵਾ। ਕਿਉਂਕਿ ਮਨ ਦੀ ਖੁਰਾਕ ਬਾਣੀ ਆ, ਜਿਵੇਂ ਸਰੀਰ ਦੀ ਖੁਰਾਕ ਜਿਹੜੀ ਪਾਣੀ ਆ। ਕਹਿਣ ਤੋਂ ਭਾਵ ਕਿ ਪਾਣੀ ਦੇ ਨਾਲ ਅਸੀਂ ਜਿਹੜਾ ਆਪਣੀ ਪਿਆਸ ਮਿਟਾਉਂਦੇ ਹਾਂ। ਤੋਰ ਭਜਨ ਕੀ ਰਹੇ ਪਿਆਸਾ। ਜਿਵੇਂ ਤੇਹ ਲੱਗਦੀ ਹੈ ਬੰਦੇ ਨੂੰ, ਪਿਆਸ ਲੱਗਦੀ ਆ, ਪਾਣੀ ਦੇ ਨਾਲ ਉਹਦੀ ਤ੍ਰਿਪਤੀ ਹੋ ਜਾਂਦੀ ਹੈ, ਪਿਆਸ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਬਾਣੀ ਜਦੋਂ ਪੜ੍ਹਦੇ ਹਾਂ ਤਾਂ ਮਨ ਜਿਹੜਾ ਸਾਡਾ ਸੰਤੁਸ਼ਟ ਹੋ ਜਾਂਦਾ, ਖੁਸ਼ ਹੋ ਜਾਂਦਾ ਵਾ, ਮਨ ਦੀ ਭੁੱਖ ਮਿਟ ਜਾਂਦੀ ਆ। ਜਿੱਥੇ ਪਾਣੀ ਜਿਹੜਾ ਸਰੀਰ ਦੀ ਮੈਲ ਲਾਉਂਦਾ ਵਾ, ਕਹਿਣ ਤੋਂ ਭਾਵ ਕਿ ਜਿਵੇਂ ਜਪਜੀ ਸਾਹਿਬ ਜੀ ਦੇ ਵਿੱਚ ਵੀ ਗੁਰੂ ਸਾਹਿਬਾਨ ਨੇ ਫਰਮਾਇਆ ਵਾ ਕਿ ਮੂਤ ਪਲੀਤੀ ਕੱਪੜ ਹੋਏ, ਦੇ ਸਾਬਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੀ ਰੰਗ। ਜਿਵੇਂ ਸਾਡੇ ਕੱਪੜੇ ਲੀੜੇ ਜਿਹੜੇ ਆ ਉਹ ਗੰਦੇ ਹੋ ਜਾਂਦੇ ਤਾਂ ਅਸੀਂ ਉਹਨੂੰ ਸਾਬਣ ਦੇ ਪਾਣੀ ਦੇ ਨਾਲ ਸਾਫ਼ ਕਰ ਲੈਂਦੇ ਹਾਂ। ਇਸੇ ਤਰ੍ਹਾਂ ਜਦੋਂ ਸਾਡਾ ਮਨ ਵਿਕਾਰਾਂ ਦੇ ਨਾਲ ਖਰਾਬ ਹੋ ਜਾਂਦਾ ਵਾ, ਜੋ ਸਾਡੇ ਮਨ ਵਿੱਚ ਪਰੇਸ਼ਾਨੀਆਂ ਆਉਂਦੀਆਂ, ਅਤੇ ਅਸੀਂ ਗੁਰਬਾਣੀ ਪੜ੍ਹਾਂਗੇ ਅਤੇ ਸਾਡਾ ਮਨ ਸ਼ੁੱਧ ਹੋ ਜਾਊਗਾ। ਅਸੀਂ ਵਿਕਾਰਾਂ ਤੋਂ ਬਚ ਕੇ ਮਨ ਨੂੰ ਜਿਹੜਾ ਬਿਮਾਰ ਹੋਣ ਤੋਂ ਬਚਾ ਸਕਦੇ। ਕਹਿਣ ਤੋਂ ਭਾਵ ਕਿ ਮਨ ਜਿਹੜਾ ਵਾ ਉਹਦੇ 'ਚ ਰੋਗ ਸੋਗ ਉਦੋਂ ਹੀ ਆਉਂਦੇ ਜਦੋਂ ਅਸੀਂ ਗੁਰਬਾਣੀ ਨਹੀਂ ਪੜ੍ਹਦੇ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਵਿਚਾਰਾਂਗੇ, ਸਾਡੇ ਦੁੱਖ ਦਲਿੱਦਰ ਆਪਣੇ ਆਪ ਹੀ ਦੂਰ ਹੋ ਜਾਣੇ। ਸਾਡੇ ਮਨ ਵਿੱਚ ਇੱਕ ਖੇੜਾ ਆਉਣਾ ਵਾ, ਸਾਡੇ ਮਨ 'ਚ ਇੱਕ ਸੰਤੁਸ਼ਟੀ ਆਉਣੀ ਆ, ਸਾਡੇ ਮਨ ਵਿੱਚ ਖੁਸ਼ੀ ਆਉਣੀ ਆ, ਸਾਨੂੰ ਇੱਕ ਰੂਹਾਨੀ ਖੁਸ਼ੀ ਮਿਲਣੀ ਆ, ਸਾਨੂੰ ਇੱਕ ਤੰਦਰੁਸਤੀ ਮਿਲਣੀ ਆ। ਕਿਉਂਕਿ ਜਿਹੜੇ ਮਨ ਦਾ ਹੀ ਕੰਮ ਹੁੰਦਾ, ਜਦੋਂ ਮਾੜੇ ਵਿਚਾਰ ਸਾਡੇ ਮਨ 'ਚ ਆਉਣਗੇ ਤਾਂ ਅਸੀਂ ਮਾੜੇ ਬਣ ਜਾਣਾ, ਜੇ ਸਾਡੇ ਮਨ 'ਚ ਚੰਗੇ ਵਿਚਾਰ ਆਉਣਗੇ ਤਾਂ ਅਸੀਂ ਚੰਗੇ ਬਣਨਾ। ਇਹ ਵਿਚਾਰਾਂ ਦਾ ਜਿਹੜਾ ਬੜਾ ਅਸਰ ਪੈਂਦਾ। ਨੈਗੇਟਿਵ ਵਿਚਾਰ ਜਿਹੜੇ ਆ ਉਹ ਬੰਦੇ ਦੇ ਨੈਗੇਟਿਵ ਜਦੋਂ ਸੋਚ ਹੋ ਜਾਂਦੀ ਹੈ, ਬੰਦਾ ਜਿਹੜਾ ਡਿਪਰੈਸ਼ਨ 'ਚ ਚਲੇ ਜਾਂਦਾ। ਕਹਿਣ ਤੋਂ ਭਾਵ ਕਿ ਉਹਦੀ ਮਾੜੀ ਸੋਚ ਹੋ ਜਾਂਦੀ ਹੈ। ਪਰ ਜਦੋਂ ਪੋਜ਼ੀਟਿਵ ਜਿਹੜੇ ਆ ਵਿਚਾਰ ਆਉਂਦੇ, ਸਕਾਰਾਤਮਕ ਵਿਚਾਰ ਆਉਂਦੇ, ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ, ਚੰਗੀ ਸੋਚ ਸੋਚਦੇ ਹਾਂ, ਪਰਮਾਤਮਾ 'ਤੇ ਭਰੋਸਾ ਰੱਖਦੇ ਹਾਂ ਕਿ ਪਰਮਾਤਮਾ ਸਾਡੇ ਲਈ ਚੰਗਾ ਹੀ ਕਰੇਗਾ ਸਭ ਕੁਛ, ਅਤੇ ਸਾਡਾ ਮਨ ਖੁਸ਼ ਹੋ ਗਿਆ, ਸਾਡਾ ਸਰੀਰ ਵੀ ਠੀਕ ਰਹੇਗਾ। ਸੋ ਇਸ ਕਰਕੇ ਗੁਰੂ ਸਾਹਿਬਾਨ ਦੀ ਜਿਹੜੇ ਉਪਦੇਸ਼ ਆ ਉਹਨਾਂ ਨੂੰ ਆਪਣੇ ਮਨ ਵਿੱਚ ਜਿਹੜਾ ਵਾ ਉਹ ਵਸਾਉਣਾ ਵਾ, ਅਤੇ ਦਾਸ ਦੀਆਂ ਭੁੱਲਾਂ ਜਿਹੜੀਆਂ ਉਹਨਾਂ ਨੂੰ ਚਿਤਾਰਨਾ ਨਹੀਂ, ਇਗਨੋਰ ਕਰਨਾ ਵਾ, ਨਜ਼ਰਅੰਦਾਜ਼ ਕਰਨਾ ਵਾ। ਕਿਉਂਕਿ ਜਿਹੜਾ ਇਨਸਾਨ ਆ ਉਹ ਗਲਤੀਆਂ ਦਾ ਪੁਤਲਾ ਵਾ, ਅਤੇ ਇਸ ਕਰਕੇ ਅਸੀਂ ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਆ ਉਹਨੂੰ ਆਪਣੀ ਤੁੱਛ ਬੁੱਧੀ ਦੇ ਨਾਲ ਵਿਚਾਰਨ ਦੀ ਕੋਸ਼ਿਸ਼ ਕੀਤੀ ਆ। ਕਹਿਣ ਤੋਂ ਭਾਵ ਕਿ ਗੁਰੂ ਦੀ ਮੱਤ ਜਿਹੜੀ ਉਹ ਬੜੀ ਵੱਡੀ ਸਾਡੇ ਤੋਂ, ਪਰ ਜਿੱਥੋਂ ਤੱਕ ਆਪਾਂ ਨੂੰ ਸਮਝ ਆ, ਜਾਂ ਜਿੰਨੀ ਕੁ ਆਪਾਂ ਨੂੰ ਜਿਹੜੀ ਪਰਮਾਤਮਾ ਨੇ ਜਿਹੜੀ ਬਲ ਬੁੱਧੀ ਬਖਸ਼ੀ ਆ, ਉਹਦੇ ਮੁਤਾਬਕ ਆਪਾਂ ਜਿਹੜੇ ਭਾਵ ਵਰਤ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਸਾਰੇ ਜਾਣੇ ਜਿਹੜੇ ਆ ਉਹ ਗੁਰਬਾਣੀ ਨਾਲ ਸਾਂਝ ਪਾਈਏ, ਗੁਰੂ ਵਾਲੇ ਬਣੀਏ। ਗੁਰੂ ਨੇ ਆਪੇ ਹੀ ਸਾਨੂੰ ਮੱਤ ਦੇ ਦੇਣੀ, ਆਪੇ ਹੀ ਸਾਨੂੰ ਸਮਝ ਦੇ ਦੇਣੀ ਆ। ਗੁਰੂ ਜਿਹੜਾ ਵਾ ਬਖਸ਼ਣਯੋਗ ਆ, ਭੁੱਲਾਂ ਬਖਸ਼ਣਯੋਗ ਆ, ਔਰ ਸਾਨੂੰ ਮੱਤ ਦੇਣ ਵਾਲਾ ਪਰਮਾਤਮਾ ਹੀ ਆ। ਇਸ ਕਰਕੇ ਗੁਰਬਾਣੀ ਨੂੰ ਪੜ੍ਹਨਾ ਜਿਹੜਾ ਵਾ ਉਹ ਬੜਾ ਜ਼ਰੂਰੀ ਆ। ਅਤੇ ਇਸ ਤੋਂ ਇਲਾਵਾ ਜਿਹੜਾ ਵਾ ਇੱਕ ਹੋਰ ਬੇਨਤੀ ਆ ਕਿ ਗੁਰ ਸ਼ਬਦ ਵਿਚਾਰ ਚੈਨਲ ਜਿਹੜਾ ਵਾ ਇਹਨੂੰ ਸਬਸਕ੍ਰਾਈਬ ਵੀ ਕਰਨਾ ਵਾ, ਔਰ ਜੇਕਰ ਹੋ ਸਕੇ ਤਾਂ ਸ਼ੇਅਰ ਵੀ ਕਰਿਆ ਕਰੋ। ਕਿਉਂਕਿ ਇਹਦੇ ਨਾਲ ਜਿਹੜਾ ਹੋਰ ਵੀ ਜਿਹੜੇ ਭੈਣ ਭਰਾ ਜਿਹੜੇ ਆਪਣੇ, ਉਹਨਾਂ ਤੱਕ ਵੀ ਜਿਹੜੀ ਗੁਰਬਾਣੀ ਦੇ ਜਿਹੜੇ ਸ਼ਬਦ ਆ, ਵਿਚਾਰਾਂ ਜਿਹੜੀਆਂ ਪਹੁੰਚ ਜਾਣ। ਕਿਉਂਕਿ ਜਿਹੜਾ ਚੰਗਾ ਜਿਹੜੀ ਚੀਜ਼ ਆ, ਗੁਰਬਾਣੀ ਜਿਹੜੀ ਆ, ਇਹਨੂੰ ਵੱਧ ਤੋਂ ਵੱਧ ਜਿਹੜਾ ਫੈਲਾਉਣਾ ਚਾਹੀਦਾ ਵਾ, ਜਿਹੜਾ ਵਾ ਇਹਨੂੰ ਸੁਣਨਾ ਚਾਹੀਦਾ ਸਾਰਿਆਂ ਨੂੰ ਜਿਹੜੀ। ਕਿਉਂਕਿ ਫਿਰ ਹੀ ਜਿਹੜਾ ਇਹ ਜੱਗ ਸੋਹਣਾ ਬਣਨਾ, ਜਦੋਂ ਅਸੀਂ ਸਾਰੇ ਸੋਹਣੇ ਬਣਾਂਗੇ।
ਇਹ ਕਿਸੇ ਇਕੱਲੇ ਦੇ ਬੰਦੇ ਦੇ ਨਾਲ ਨਹੀਂ। ਜਦੋਂ ਸਾਰੀ ਅਸੀਂ ਜਿਹੜੀ ਆ ਮਨੁੱਖਤਾ ਜਿਹੜੀ ਇੱਕ ਦੂਜੇ ਦਾ ਭਲਾ ਮੰਗਾਂਗੇ, ਸਰਬੱਤ ਦੇ ਭਲੇ ਵਿੱਚ ਹੀ ਆਪਣਾ ਭਲਾ ਵਾ। ਇਸ ਕਰਕੇ ਅਸੀਂ ਗੁਰੂ ਦੇ ਨਾਲ ਜੁੜਨਾ ਵਾ। ਅਤੇ ਦਾਸ ਕਿਮਾਂ ਦਾ ਜਾਚਕ ਆ, ਕਿਉਂਕਿ ਜਦੋਂ ਬਾਣੀ ਦੀਆਂ ਵਿਚਾਰਾਂ ਕਰਦੇ ਹਾਂ ਅਤੇ ਗਲਤੀਆਂ ਜਿਹੜੀਆਂ ਵਾ ਕਈ ਵਾਰੀ ਹੋ ਜਾਂਦੀਆਂ ਵਾ। ਅਤੇ ਗੁਰੂ ਦੀ ਬਾਣੀ ਜਿਹੜੀ ਆ ਉਹ ਸਾਰੇ ਜਣੇ ਆਪਾਂ ਪੜ੍ਹਿਆ ਕਰੀਏ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਹੜੀ ਸੇਧ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।